ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪੁਨ ਸੀਸਾ ਜੀ ਪੁਨ ਸੀਸਾ ਬੰਦਾ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਸ਼ਾਹ ਬਹਾਦਰ ਚੜ ਗਇਓ ਦਛਨ ਦੇਸ਼ ਮਝਾਰ। ਜਹਾਂ ਜੰਗ ਨੋ ਰੰਗ ਕਰ ਲੇ ਧਨ ਦੇਸ਼ ਉਦਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਗਤ ਗੁਰੂ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ गुरु खालसा साध संगत जियो जिनके भाग बड़े हैं भाई तिन साधु संग मुख जुरे। नेता प्रति गुरु चरणा च हाजरियां भर के साहिबे कमाल पंथ दे वाली चिट्टियां बाजां वाले शमशेरे बहादुर दे गुर तेग के धनी वह प्रगट्यो मरदे गमड़ा वरियाम अकेला। वाहो वाहो गोबिंद सिंह आपे गुर चेला। ऐसे दीन दयाल सतगुरु गुरु कलगीधर जी दे पावन पवित्र इतिहास की लड़ीवार कथा बहुत ही अदब सत्कार और श्रद्धा सहित आप जी सरवण कर रहे। गरीब नवाज सतगुरु गुरु कलगीधर महाराज दक्षिण दिशा नूं जा रहे ने। नर्मदा नदी दे किनारे सतगुरां दे कुछ नाल दे ਸਿੰਘਾਂ ਦੀ बादशाह बहादुर शाह दे कुछ सिपाहियां नाल कहा सुनी हुई। लड़ाई हो गई, जंग हो गया।
ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਸਤਿਗੁਰਾਂ ਨੇ ਦੋਹਾਂ ਪਾਸਿਆਂ ਦੇ ਸੂਰਮਿਆਂ ਨੂੰ ਸ਼ਾਂਤ ਕਰਨ ਲਈ ਭੇਜਿਆ ਔਰ ਭਾਈ ਮਾਨ ਸਿੰਘ ਜੀ ਨੇ ਜਾ ਕੇ ਦੋਹੀਂ ਪਾਸਿਓਂ ਦੂਤ ਦਾ ਕੰਮ ਕਰਕੇ ਸ਼ਾਂਤੀ ਬਣਾ ਵੀ ਦਿੱਤੀ। ਪਰ ਇੱਕ ਤੁਰਕ ਨੇ ਈਰਖਾਲੂ ਨੇ ਈਰਖਾ ਕਰਦਿਆਂ ਹੋਇਆਂ ਭਾਈ ਸਾਹਿਬ ਦਾ ਨਿਸ਼ਾਨਾ ਲਾ ਕੇ ਗੋਲੀ ਦਾਗੀ ਤੇ ਭਾਈ ਮਾਨ ਸਿੰਘ ਜੀ ਸ਼ਹੀਦੀ ਪਾ ਗਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਗੱਲ ਬਾਰੇ ਅਫਸੋਸ ਕਰਦਿਆਂ ਕਿਹਾ ਕਿ ਐਸਾ ਸੂਰਮਾ ਸਾਨੂੰ ਹੁਣ ਦੁਬਾਰਾ ਹੱਥ ਨਹੀਂ ਲੱਗਣਾ। ਬਹਾਦਰ ਸ਼ਾਹ ਨੂੰ ਪਤਾ ਲੱਗਾ, ਉਹਨੇ ਜਿਹੜੇ ਸਿਪਾਹੀ ਸਨ ਪਕੜ ਕੇ ਕੈਦ ਕਰਕੇ ਸਤਿਗੁਰਾਂ ਦੇ ਹਵਾਲੇ ਕੀਤੇ। ਆਖਿਆ ਮਹਾਰਾਜ ਹੁਕਮ ਕਰੋ, ਮੈਂ ਇਹਨਾਂ ਨੂੰ ਨਰਮਦਾ ਦੇ ਪਾਣੀ 'ਚ ਰੋੜ ਕੇ ਮਾਰ ਦਿਆਂ ਜਾਂ ਫਾਹੇ ਟੰਗ ਦਿਆਂ। ਸਤਿਗੁਰਾਂ ਆਖਿਆ ਬਹਾਦਰ ਸ਼ਾਹ ਇਹਨਾਂ ਨੂੰ ਮਾਰ ਕੇ ਸਾਡਾ ਮਾਨ ਸਿੰਘ ਵਾਪਸ ਨਹੀਂ ਆ ਜਾਣਾ। ਸਾਡਾ ਸਿੰਘ ਮਾਨ ਸਿੰਘ ਇਹੋ ਜਿਹਾ ਸੂਰਮਾ ਸੀ, ਕੱਲਾ ਲੱਖਾਂ ਤੇ ਭਾਰੂ ਸੀ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਹਨਾਂ ਨੇ ਵਿਸਾਘਾਤ ਕਰਕੇ ਧੋਖੇ ਨਾਲ ਉਹਨੂੰ ਗੋਲੀ ਮਾਰੀ। ਬਹਾਦਰ ਸ਼ਾਹ ਨੇ ਮਹਾਰਾਜ ਜੀ ਕੋਲੋਂ ਖਿਮਾ ਯਾਚਨਾ ਕੀਤੀ। ਨਰਮਦਾ ਨਦੀ ਦੇ ਕੰਢੇ ਤੋਂ ਉੱਠ ਕੇ ਸਤਿਗੁਰੂ ਜੀ ਚਲਦਿਆਂ ਚਲਦਿਆਂ ਬੁਰਹਾਨਪੁਰ ਆਏ। ਤਾਪਤੀ ਨਦੀ ਦੇ ਕਿਨਾਰੇ ਸਤਿਗੁਰੂ ਜੀ ਨੇ ਬੁਰਹਾਨਪੁਰ ਆ ਕੇ ਡੇਰਾ ਕੀਤਾ। ਬੁਰਹਾਨਪੁਰ ਵਿੱਚ ਮਹਾਰਾਜ ਜੀ ਦੀ ਸੰਗਤ ਹੈ। ਗੁਰਸਿੱਖ ਨੇ ਉਹਨਾਂ ਸੋਹਣਾ ਮਕਾਨ ਬਣਾ ਕੇ ਸੰਕਲਪ ਕੀਤਾ ਸੀ ਕਲਗੀਧਰ ਜੀ ਆਉਣਗੇ ਤੇ ਇੱਥੇ ਬਿਰਾਜਮਾਨ ਹੋਣਗੇ। ਬੁਰਹਾਨਪੁਰ ਵਿੱਚ ਸੰਗਤ ਕਿਵੇਂ ਸੀ? ਕਿਉਂਕਿ ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ ਨੇ ਵੀ ਬੁਰਹਾਨਪੁਰ ਚਰਨ ਪਾ ਕੇ ਇੱਥੇ ਸਿੱਖੀ ਦਾ ਬੀਜ ਬੀਜਿਆ ਸੀ। ਤੋ ਗੁਰੂ ਨਾਨਕ ਸਾਹਿਬ ਦੇ ਚਰਨ ਪੈਣ ਕਰਕੇ ਬਹੁਤ ਸਾਰੇ ਗੁਰਸਿੱਖ ਇੱਥੇ ਵਸਦੇ ਸੀ ਤੇ ਉਹਨਾਂ ਦੇ ਮਨ ਵਿੱਚ ਕਲਗੀਧਰ ਦੇ ਦਰਸ਼ਨਾਂ ਦੀ ਸਿੱਖ ਸੀ। ਦੂਜਾ, ਬੁਰਹਾਨਪੁਰ ਨਗਰ ਵਿੱਚ ਇੱਕ ਮਹਾਤਮਾ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਸੀ, ਉਹ ਵੀ ਆ ਕੇ ਇੱਥੇ ਰਹਿੰਦਾ ਸੀ। ਤੋ ਸੰਗਤ ਦੇ ਮਨ ਵਿੱਚ ਮਹਾਰਾਜ ਜੀ ਦੇ ਦਰਸ਼ਨਾਂ ਦੀ ਕਾਂਖਾ ਹੈ। ਬੁਰਹਾਨਪੁਰ ਨਗਰ ਵਿੱਚ 3 ਸਥਾਨ ਨੇ ਸਤਿਗੁਰਾਂ ਦੇ। ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, 10ਵੇਂ ਪਾਤਸ਼ਾਹ ਦੇ 2 ਇਤਿਹਾਸਕ ਸਥਾਨ ਨੇ। ਵੱਡਾ ਮੁੱਖ ਦਰਬਾਰ ਗੁਰਦੁਆਰਾ ਬੜੀ ਸੰਗਤ, ਇਸ ਨਾਂ ਨਾਲ ਸਥਾਨ ਜਿਹੜਾ ਹੈ ਉਹ ਇਤਿਹਾਸਕ ਸਥਾਨ ਪ੍ਰਸਿੱਧ ਹੈ। ਬਹੁਤ ਸੁੰਦਰ ਦਰਬਾਰ ਮਹਾਰਾਜ ਜੀ ਦਾ ਬਣਿਆ ਹੋਇਆ। ਸੰਗਤਾਂ ਦੀ ਰਿਹਾਇਸ਼ ਵਾਸਤੇ ਸੋਹਣੀ ਸਰਾਂ ਵੀ ਬਣੀ ਹੋਈ ਹੈ। ਤਕਰੀਬਨ ਜਿਹੜੀ ਸੰਗਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਜਾਂਦੀ ਹੈ ਬਾਏ ਰੋਡ ਆਪਣੇ ਵਾਹਨਾਂ ਤੇ, ਉਹ ਬੁਰਹਾਨਪੁਰ ਜਾ ਕੇ ਆਪਣਾ ਨਿਵਾਸ ਜਿਹੜਾ ਰਾਤ ਦਾ ਟਿਕਾਣਾ ਕਰਦੇ, ਅਗਲੇ ਦਿਨ ਫਿਰ ਉੱਥੋਂ ਚੱਲਦੇ। ਤੋ ਬੁਰਹਾਨਪੁਰ ਜਿਹੜਾ ਸੀ ਇਹ ਦੱਖਣ ਦਿਸ਼ਾ ਦਾ ਏਦਾਂ ਕਹਿ ਸਕਦੇ ਸੀ ਵੀ ਦਰਵਾਜ਼ਾ ਸੀ। ਜਿਹੜੇ ਮੁਗਲ ਬਾਦਸ਼ਾਹ ਸੀ ਉਹ ਮੁਗਲ ਬਾਦਸ਼ਾਹ ਇੱਥੋਂ ਹੀ ਐਂਟਰੀ ਕਰਦੇ ਸੀ ਦੱਖਣ ਦਿਸ਼ਾ ਵੱਲ ਜਾਣ ਵਾਸਤੇ। ਦੱਖਣ ਦਿਸ਼ਾ ਵਿੱਚ ਜਾਣ ਲਈ ਇੱਕ ਦਰਵਾਜ਼ਾ ਸੀ, ਏਦਾਂ ਕਹਿ ਸਕਦੇ ਹਾਂ ਵੀ ਐਂਟਰੀ ਸੀ ਦੱਖਣ ਦਿਸ਼ਾ 'ਚ ਜਾਣ ਲਈ ਨਗਰ। ਇੱਥੇ ਇਹਨਾਂ ਨੇ ਆਪਣਾ ਮੁਗਲਾਂ ਨੇ ਇੱਕ ਵੱਡਾ ਕਿਲਾ ਵੀ ਬਣਾਇਆ ਹੋਇਆ ਸੀ। ਹੁਣ ਵੀ ਉਹ ਕਿਲਾ ਬੁਰਹਾਨਪੁਰ ਵਿੱਚ ਮੌਜੂਦ ਹੈ ਕਿ ਜੇ ਕਿਤੇ ਲੜਨਾ ਪਵੇ ਤਾਂ ਇੱਥੋਂ ਹੀ ਉਹ ਲੜਾਈ ਸ਼ੁਰੂ ਕਰ ਲੈਂਦੇ ਸੀ ਤੇ ਇੱਥੋਂ ਅੱਗੇ ਦੱਖਣ ਦਿਸ਼ਾ ਵਿੱਚ ਪ੍ਰਵੇਸ਼ ਕਰਕੇ ਜਾ ਕੇ ਬਾਕੀ ਜਿਹੜੇ ਉਧਰ ਦੇ ਨਿਜ਼ਾਮ ਸਨ ਜਾਂ ਨਵਾਬ ਸਨ ਉਹਨਾਂ ਨੂੰ ਆਪਣੇ ਅਧੀਨ ਕਰਦੇ। ਕਲਗੀਧਰ ਜੀ ਨੇ ਇੱਥੇ ਆ ਕੇ ਨਿਵਾਸ ਕੀਤਾ। ਕੁਝ ਦਿਨ ਸਤਿਗੁਰੂ ਜੀ ਇੱਥੇ ਰਹੇ ਨੇ। ਤਾਪਤੀ ਨਦੀ ਦਾ ਕਿਨਾਰਾ ਹੈ। ਉਹਨਾਂ ਵੇਲਿਆਂ 'ਚ ਤਾਪਤੀ ਨਦੀ ਬੜੇ ਨਿਰਮਲ ਜਲ ਨਾਲ ਵਗਦੀ ਸੀ। ਹੁਣ ਤਾਂ ਜਿਵੇਂ ਜਿਵੇਂ ਸਮਾਂ ਬੀਤਿਆ ਬਹੁਤ ਸਾਰੀਆਂ ਨਦੀਆਂ ਦਰਿਆ ਉਹਨਾਂ ਦੇ ਪਾਣੀ ਜਿਹੜੇ ਨੇ ਉਹ ਗੰਧਲੇ ਹੋ ਗਏ ਹਨ। ਲੋਕਾਂ ਦੀਆਂ ਭੈੜੀਆਂ ਬਿਰਤੀਆਂ ਕਰਕੇ, ਭੈੜੇ ਰਹਿਣ ਸਹਿਣ ਕਰਕੇ। ਉਹਨਾਂ ਵੇਲਿਆਂ 'ਚ ਤਾਪਤੀ ਨਦੀ ਬੜੇ ਨਿਰਮਲ ਜਲ ਦੇ ਸਹਿਤ ਇੱਥੋਂ ਵਗਦੀ ਸੀ। ਮਹਾਰਾਜ ਜੀ ਨੇ ਉਹਦੇ ਕਿਨਾਰੇ ਕਿਨਾਰੇ ਵਿਚਰਨਾ ਕੀਤਾ। ਆਓ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
ਹਾਕਰਾ ਗੰਜੋਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਜਗਤ ਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਬਹਾਦਰ ਚੜ ਗਇਓ ਦਚਨ ਦੇਸ਼ ਮਝਾਰ। ਬਾਦਸ਼ਾਹ ਬਹਾਦਰ ਸ਼ਾਹ ਤਾਂ ਇੱਥੋਂ ਦੱਖਣ ਦਿਸ਼ਾ ਨੂੰ ਚਲਾ ਗਿਆ, ਬੁਰਹਾਨਪੁਰ ਤੱਕ ਸਤਿਗੁਰਾਂ ਦੇ ਨਾਲ ਹੀ ਆਇਆ ਸੀ। ਇੱਥੋਂ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਸਤਿਗੁਰਾਂ ਨੇ ਕਹਿ ਦਿੱਤਾ ਅਸੀਂ ਇੱਥੇ ਕੁਝ ਦਿਨ ਰਹਿਣਾ, ਤੋ ਬਹਾਦਰ ਸ਼ਾਹ ਇੱਥੋਂ ਦੱਖਣ ਦਿਸ਼ਾ ਨੂੰ ਕੂਚ ਕਰਕੇ ਚਲਾ ਗਿਆ। ਜਹਾਂ ਜੰਗ ਨੋ ਰੰਗ ਕਰ ਲੇ ਧਨ ਦੇਸ਼ ਉਦਾਰ। ਇਹਦਾ ਬਾਪ ਔਰੰਗਾ ਇੱਧਰ ਦੱਖਣ ਦਿਸ਼ਾ ਵਿੱਚ ਹੀ ਰਿਹਾ, ਇੱਧਰ ਹੀ ਜੰਗ ਯੁੱਧ ਕਰਦਾ ਕਰਦਾ ਮਰਿਆ ਖਪਿਆ। ਉਹਦਾ ਇਲਾਕਾ ਸੀ ਤੋਂ ਬਹਾਦਰ ਸ਼ਾਹ ਉਸ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰਨ ਵਾਸਤੇ ਗਿਆ ਤੇ ਇਹਦਾ ਛੋਟਾ ਭਰਾ ਕਾਮ ਬਖਸ਼ ਵੀ ਇੱਧਰ ਹੀ ਸੀ, ਉਹਦੇ ਨਾਲ ਵੀ ਇਹਨੇ ਜਾ ਕੇ ਜੰਗ ਲੜਿਆ। ਬਹਾਦਰ ਸ਼ਾਹ ਨੇ ਉਹਨੂੰ ਵੀ ਮਾਰ ਕੇ ਇਹਨੇ ਆਪਣਾ ਰਾਜ ਭਾਗ ਜਿਹੜਾ ਸੀ ਉਹ ਸੁਤੰਤਰ ਕਰ ਲਿਆ ਸੀ। ਤੋ ਚਲਦਾ ਚਲਦਾ ਇਸ ਪ੍ਰਕਾਰ ਨਾਲ ਇਹ ਤਾਂ ਦੱਖਣ ਦਿਸ਼ਾ ਨੂੰ ਉੱਥੋਂ ਦੇ ਨਵਾਬਾਂ ਕੋਲੋਂ, ਉੱਥੋਂ ਦੇ ਰਾਜਿਆਂ ਰਾਣਿਆਂ ਕੋਲੋਂ ਉਗਰਾਹੀ ਕਰਨ ਵਾਸਤੇ, ਇਦਾਂ ਕਹਿ ਸਕਦੇ ਆਪਣਾ ਮਾਮਲਾ ਇਕੱਤਰ ਕਰਨ ਵਾਸਤੇ ਗਿਆ। ਚੋਪਈ ਪਿਕ ਸਿੱਖਨ ਕੋ ਪਾਓ ਮਾਨਾ। ਇਧਰ ਕਲਗੀਧਰ ਪਾਤਸ਼ਾਹ ਜੀ ਬੁਰਹਾਨਪੁਰ ਹੀ ਟਿਕ ਗਏ। ਮਹਾਰਾਜ ਜੀ ਨੇ ਇੱਥੋਂ ਦੀਆਂ ਸੰਗਤਾਂ ਦੇ ਮਨ 'ਚ ਭਾਵਨਾ ਵੇਖੀ, ਗੁਰਸਿੱਖਾਂ ਦੇ ਹਿਰਦਿਆਂ 'ਚ ਪ੍ਰੇਮ ਵੇਖਿਆ। ਇਤ ਰਾਖਨ ਬੋ ਬਾਰ ਬਖਾਨਾ। ਸਤਿਗੁਰੂ ਜੀ ਨੂੰ ਰੱਖਣ ਵਾਸਤੇ ਸਤਿਗੁਰੂ ਜੀ ਵੀ ਜਾਣਾ ਚਾਹੁੰਦੇ ਸੀ, ਪਰ ਸਿੱਖਾਂ ਨੇ ਬਾਰ-ਬਾਰ ਬੇਨਤੀ ਕੀਤੀ ਮਹਾਰਾਜ ਸਾਡਾ ਮਨ ਨਹੀਂ ਰੱਜਿਆ ਤੁਹਾਡੇ ਦਰਸ਼ਨ ਕਰਕੇ। ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ ਆਏ ਸਨ, ਮੁੜ ਕੇ ਅੱਜ ਤੁਸੀਂ 10ਵੇਂ ਜਾਮੇ 'ਚ ਦਰਸ਼ਨ ਦਿੱਤੇ ਹਨ। ਮਹਾਰਾਜ ਕਿਰਪਾ ਕਰੋ, ਸਾਨੂੰ ਛੱਡ ਕੇ ਨਾ ਜਾਓ, ਕੁਝ ਦਿਨ ਸਾਡੇ ਕੋਲ ਟਿਕਾਣਾ ਕਰੋ, ਅਸੀਂ ਤੁਹਾਡੇ ਦਰਸ਼ਨ ਕਰਕੇ ਆਪਣੇ ਮਨ ਰਾਜੀ ਕਰੀਏ। ਤਿਨ ਕੀ ਸੁਨ ਕੇ ਸ਼੍ਰੀ ਪ੍ਰਭ ਬੇਨਤੀ। ਬੁਰਹਾਨਪੁਰ ਦੀ ਸੰਗਤ ਦੀ ਬੇਨਤੀ ਸੁਣ ਕੇ ਪੁਰ ਬੁਰਹਾਨ ਬਸੇ ਤਜ ਗਿਣਤੀ। ਉਹ ਸਾਰੀਆਂ ਗਿਣਤੀਆਂ ਛੱਡ ਕੇ ਜਿੱਥੇ ਪ੍ਰੇਮ ਹੋਵੇ ਨਾ ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਦਿੰਦੇ ਆ। ਸੰਗਤ ਦੇ ਮਨ ਦਾ ਪ੍ਰੇਮ ਵੇਖ ਕੇ ਸਤਿਗੁਰੂ ਜੀ ਇੱਥੇ ਹੀ ਕੁਝ ਸਮੇਂ ਲਈ ਰੁਕ ਗਏ, ਠਹਿਰ ਗਏ। ਦਿਨ ਪ੍ਰਤ ਸੇਵਾ ਕਰੇ ਕਨੇਰੀ। ਬੁਰਹਾਨਪੁਰ ਦੀਆਂ ਜਿੰਨੀਆਂ ਸੰਗਤਾਂ ਨੇ ਦਿਨ ਪ੍ਰਤੀ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਔਰ ਸਤਿਗੁਰਾਂ ਦੇ ਨਾਲ ਦੇ ਸਿੰਘਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ। ਭਾਂਤ ਭਾਂਤ ਦੀ ਸੇਵਾ ਸਤਿਗੁਰਾਂ ਦੀ ਕਰਦੇ ਹਨ। ਦਰਸ਼ਨ ਪਿਖੇ ਜਾਏ ਜੁਗ ਬੇਰੀ। 2 ਵੇਰੀ ਸਵੇਰੇ ਸ਼ਾਮ ਗੁਰਸਿੱਖ ਜਦੋਂ ਸਤਿਗੁਰਾਂ ਦਾ ਦੀਵਾਨ ਸਜਦਾ ਹੈ, ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਨ। ਬੜੀ ਆਰਬਲ ਸਾਧੂ ਏਕ। ਜੀ ਇਸੇ ਨਗਰ ਬੁਰਹਾਨਪੁਰ ਵਿੱਚ ਇੱਕ ਬਿਰਧ ਅਵਸਥਾ ਦੇ ਮਹਾਤਮਾ ਰਹਿੰਦੇ ਸਨ। ਕਾਫੀ ਲੰਮੀ ਉਮਰ ਸੀ ਉਹਨਾਂ ਦੀ, ਦੀਰਘ ਆਯੂ ਸੀ। 100 ਸਾਲ ਤੋਂ ਵਧੇਕ ਉਮਰ ਦੇ ਧਾਰਨੀ ਉਹ ਮਹਾਤਮਾ ਸਨ। ਬਸੇ ਨਗਰ ਮੈਂ ਸਹਿਤ ਬਬੇਕ। ਇਸ ਨਗਰ ਦੇ ਵਿੱਚ ਬੜੇ ਬਬੇਕ ਸਹਿਤ ਉਹ ਮਹਾਤਮਾ ਰਹਿੰਦੇ ਸੀ। ਬੁਰਹਾਨਪੁਰ ਦੇ ਵਿੱਚ ਹੀ ਉਹਨਾਂ ਮਹਾਤਮਾਵਾਂ ਦਾ ਨਿਵਾਸ ਸੀ। ਗੁਰ ਆਗਵਨ ਸੁਨਿਓ ਤਿਨ ਕਾਨ। ਜਦੋਂ ਇਸ ਮਹਾਤਮਾ ਨੇ, ਸਾਧੂ ਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ 10ਵੇਂ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬੁਰਹਾਨਪੁਰ ਨਗਰ ਵਿੱਚ, ਸਾਡੇ ਨਗਰ ਵਿੱਚ ਆਏ ਹਨ। ਅੰਮ੍ਰਿਤ ਦਿਓ ਮਨੋ ਕਿਨ ਆਨ। ਕਹਿੰਦੇ ਜਦੋਂ ਕੰਨੀ ਖਬਰ ਪਈ ਤੇ ਏਦਾਂ ਇਸ ਸੰਤ ਨੂੰ ਖੁਸ਼ੀ ਹੋਈ, ਮਹਾਤਮਾ ਨੂੰ, ਮਾਨੋ ਜਿਵੇਂ ਦੇ ਕੰਨਾਂ ਵਿੱਚ ਕਿਸੇ ਨੇ ਅੰਮ੍ਰਿਤ ਪਾ ਦਿੱਤਾ ਹੋਵੇ ਘੋਲ ਕੇ।
ਗੁਰੂ ਸਾਹਿਬ ਦੇ ਆਉਣ ਦੀ ਜਿਹੜੀ ਖਬਰ ਸੀ ਨਾ, ਉਹ ਮਾਨੋ ਇਹਦੇ ਕੰਨਾਂ ਦੇ ਵਿੱਚ ਜਿਵੇਂ ਕਿਸੇ ਨੇ ਅੰਮ੍ਰਿਤ ਰੂਪ ਵਜੋਂ ਅੰਮ੍ਰਿਤ ਘੋਲ ਕੇ ਪਾ ਦਿੱਤਾ ਹੋਵੇ। ਤੁਰਤ ਉਠਿਓ ਦਰਸ਼ਨ ਕੋ ਗਇਓ। ਛੇਤੀ ਨਾਲ ਉੱਠਿਆ, ਬਿਰਧਤਾ ਹੋ ਚੁੱਕਾ ਸੀ, ਸਰੀਰ 'ਚ ਓਨਾ ਤਾਣ ਨਹੀਂ ਸੀ, ਫਿਰ ਵੀ ਹਿੰਮਤ ਕਰਕੇ ਉੱਠਿਆ। ਸਹਿਜੇ ਸਹਿਜੇ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ, ਜਿੱਥੇ ਮਹਾਰਾਜ ਜੀ ਦਾ ਟਿਕਾਣਾ ਗੁਰਦੁਆਰਾ ਬੜੀ ਸੰਗਤ ਸਾਹਿਬ, ਉੱਥੇ ਚੱਲ ਕੇ ਆਇਆ। ਨਦੀ ਤੀਰ ਗੁਰ ਥਿਰ ਜੈ ਭਇਓ। ਜਿੱਥੇ ਤਾਪਤੀ ਨਦੀ ਦੇ ਕਿਨਾਰੇ ਸਤਿਗੁਰੂ ਜੀ ਦਾ ਟਿਕਾਣਾ ਸੀ, ਉੱਥੇ ਸੰਤ ਜੀ ਚੱਲ ਕੇ ਆਏ। ਸਭਾ ਮਝਾਰ ਸੁਹਾਵਤ ਐਸੇ। ਸਤਿਗੁਰੂ ਜੀ ਆਪਣੀ ਸਭਾ ਦੇ ਵਿੱਚ ਬੈਠੇ ਇਸ ਤਰ੍ਹਾਂ ਸ਼ੋਭਨੀਕ ਹੋ ਰਹੇ ਨੇ। ਸਿੰਘਾਂ ਦੀ ਸਭਾ ਵਿੱਚ, ਸੰਗਤ ਦੀ ਸਭਾ ਵਿੱਚ ਇਸ ਤਰ੍ਹਾਂ ਬੈਠੇ ਸੁਭਾਏਮਾਨ ਹੋ ਰਹੇ ਨੇ। ਕਰ ਸ਼ਿੰਗਾਰ ਧਨਾ ਦੀਪ ਜੈਸੇ। ਕਹਿੰਦੇ ਜਿਵੇਂ ਕੋਈ ਸ਼ਿੰਗਾਰ ਕਰਕੇ ਕੁਬੇਰ ਦੇਵਤਾ ਬੈਠਾ ਹੋਵੇ। ਧਨ ਦਾ ਦੇਵਤਾ ਕੁਬੇਰ ਹੈ ਨਾ, ਧਨਾਦਿਪ ਕਹਿੰਦੇ ਆ ਉਹਨੂੰ। ਕਹਿੰਦੇ ਮਾਨੋ ਜਿਵੇਂ ਉਹ ਸ਼ਿੰਗਾਰ ਕਰਕੇ ਬੈਠਾ ਹੋਵੇ। ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਸੰਗਤ ਵਿੱਚ ਸ਼ੋਭਨੀਕ ਹੋ ਰਹੇ ਨੇ। ਬੜੇ ਸੋਹਣੇ ਆਭੂਸ਼ਣ ਬਸਤਰ, ਸੀਸ ਉੱਤੇ ਸੁੰਦਰ ਜਗ੍ਹਾ ਕਲਗੀ ਸ਼ੋਭਨੀਕ ਹੈ। ਔਰ ਗਰੀਬ ਨਵਾਜ ਪਾਤਸ਼ਾਹ ਜੀ ਕੋਟਾਨ ਇੰਦਰਾਣ ਰੂਪ ਹੋ ਕੇ, ਰਾਜਾਨ ਰਾਜ ਰੂਪ ਹੋ ਕਰਕੇ ਸ਼ੋਭਨੀਕ ਹੋ ਰਹੇ ਨੇ। ਹੀਰ ਦੂਰ ਤੇ ਪ੍ਰੇਮ ਪ੍ਰਫੁੱਲਾ। ਇਹ ਸੰਤ ਜੀ ਆ ਰਹੇ ਨੇ ਦੂਰੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਕਿਉਂਕਿ ਬਾਹਰ ਖੁੱਲੇ ਪੰਡਾਲ ਵਿੱਚ ਹੀ ਮਹਾਰਾਜ ਜੀ ਦਾ ਦੀਵਾਨ ਬਾਹਰ ਹੀ ਸਜਿਆ ਹੋਇਆ ਸੀ ਨਦੀ ਦੇ ਕਿਨਾਰੇ। ਦੂਰੋਂ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਨਾ ਪਲੰਘੇ ਤੇ ਬੈਠਿਆਂ ਦੇ, ਤਾਂ ਇਹ ਸੰਤ ਦਾ ਹਿਰਦਾ ਕਹਿੰਦੇ ਜਿਵੇਂ ਕਮਲ ਦਾ ਫੁੱਲ ਖਿੜਦਾ ਨਾ ਸੂਰਜ ਨੂੰ ਵੇਖ ਕੇ, ਏਦਾਂ ਇਹਦਾ ਹਿਰਦਾ ਖੇੜੇ ਨਾਲ ਖਿੜ ਗਿਆ। ਮਨੋ ਅਮਲ ਤੇ ਅਮਲੀ ਝੂਲਾ। ਇੰਨਾ ਰਸ ਆਇਆ ਨਾ, ਮਾਨੋ ਜਿਵੇਂ ਕਿਸੇ ਅਮਲੀ ਨੇ ਅਮਲ ਕੀਤਾ ਹੋਵੇ ਤੇ ਉਹ ਝੂਲਣ ਲੱਗ ਪੈਂਦਾ ਨਾ ਅਮਲ ਦੀ ਲੋਰ 'ਚ। ਏਦਾਂ ਕਲਗੀਧਰ ਦੇ ਦਰਸ਼ਨ ਕਰਕੇ ਉਸ ਰਸ ਦੇ ਵਿੱਚ ਝੂਲਣ ਲੱਗ ਪਿਆ। ਇੰਨਾ ਆਨੰਦ ਬਣਿਆ ਹਿਰਦੇ 'ਚ ਵੀ, ਕਹਿੰਦੇ ਖੇੜੇ ਦੇ ਨਾਲ ਹਿਰਦਾ ਖਿੜ ਗਿਆ ਤੇ ਝੂਲਣ ਲੱਗ ਪਿਆ। ਹਿਰਦੇ ਆਨੰਦ ਉਮੰਗਤ ਜੋਆ। ਹਿਰਦੇ ਵਿੱਚ ਬੜਾ ਵੱਡਾ ਭਾਰੀ ਆਨੰਦ ਤੇ ਆਨੰਦ ਦੀਆਂ ਲਹਿਰਾਂ ਉਮਗਦੀਆਂ ਨੇ। ਆਨੰਦ ਦੇ ਨਾਲ ਹਿਰਦਾ ਗਦ-ਗਦ ਹੋ ਗਿਆ, ਭਰ ਗਿਆ। ਰੋਮਾਂਚਿਤ ਸਾਧੂ ਤਨ ਹੋਆ। ਕਹਿੰਦੇ ਇਸ ਮਹਾਤਮਾ ਦੇ, ਸਾਧੂ ਦੇ ਸਰੀਰ ਦੇ ਜਿੰਨੇ ਰੋਮ ਨੇ ਉਹ ਖਿੜ ਗਏ ਸਤਿਗੁਰਾਂ ਦੇ ਦਰਸ਼ਨ ਕਰਕੇ। ਦੂਰੋਂ ਹੀ ਦਰਸ਼ਨ ਕੀਤੇ, ਹਲੇ ਕੋਲ ਨਹੀਂ ਆਇਆ, ਦੂਰੋਂ ਹੀ ਆ ਰਿਹਾ। ਨਾਲੇ ਸਹਿਜੇ ਸਹਿਜੇ ਬਜ਼ੁਰਗ ਜੋ ਹੈ ਤੋ ਸਹਿਜੇ ਸਹਿਜੇ ਟੁਰਿਆ ਆਉਂਦਾ, ਨਾਲੇ ਦਰਸ਼ਨ ਕਰਦਾ, ਤੇ ਸਰੀਰ ਦੇ ਸਾਰੇ ਰੋਮ ਖਿੜ ਗਏ ਇਸ ਮਹਾਤਮਾ ਦੇ। ਨੀਟ ਨੀਟ ਪਾਇਨ ਕੋ ਡਾਲਤ। ਸਹਿਜੇ ਸਹਿਜੇ ਪੈਰ ਰੱਖਦਾ ਜ਼ਮੀਨ ਤੇ, ਬਿਰਧ ਅਵਸਥਾ ਹੈ। ਹੱਥ ਦੇ ਵਿੱਚ ਇੱਕ ਸੋਟੀ ਫੜੀ ਹੋਈ, ਉਹਦੇ ਆਸਰੇ ਨਾਲ ਸਹਿਜੇ ਸਹਿਜੇ ਸੰਤ ਜੀ ਆਪਣੇ ਕਦਮ ਜ਼ਮੀਨ ਤੇ ਰੱਖਦੇ ਆ ਰਹੇ ਨੇ। ਡਗਮਗਾਤ ਡੋਲਤ ਦ੍ਰਿਗ ਚਾਲਤ। ਕਹਿੰਦੇ ਡਗ ਬਗਾਉਂਦੇ ਵੀ ਨੇ, ਪੈਰ ਜਿਹੜੇ ਨੇ ਉਹ ਪੂਰੇ ਜ਼ਮੀਨ ਤੇ ਨਹੀਂ ਨਾ ਟਿਕਦੇ। ਤੋ ਰਸ ਵੀ ਬੜਾ ਹਿਰਦੇ 'ਚ, ਸਰੀਰ ਬਿਰਧ ਹੈ ਪਰ ਹਿਰਦਾ ਇੰਨਾ ਖੇੜੇ ਨਾਲ ਖਿੜਿਆ ਵੀ ਆਨੰਦ ਨਾਲ ਭਰ ਗਿਆ। ਤੇ ਪੈਰ ਜ਼ਮੀਨ ਦੇ ਉੱਤੇ ਡਗਮਗਾਉਂਦੇ ਨੇ, ਡੋਲਦੇ ਨੇ, ਤੇ ਅੱਖਾਂ ਜਿਹੜੀਆਂ ਨੇ, ਨੈਣ ਜਿਹੜੇ ਨੇ ਉਹਨਾਂ ਵਿੱਚੋਂ ਅਥਰੂ ਚੱਲਦੇ ਨੇ ਬੇਬਲਤਾਈ ਦੇ। ਬੰਧਨ ਹੀਰ ਦੂਰ ਹੀ ਰਹਿਓ। ਦੂਰੋਂ ਹੀ ਵੇਖਦਿਆਂ ਏਦਾਂ ਮੱਥਾ ਟੇਕਣ ਲੱਗ ਪਏ ਸੰਤ ਜੀ। ਦੂਰੋਂ ਹੀ ਵੇਖ ਕੇ ਬਾਰ-ਬਾਰ ਸੀਸ ਝੁਕਾਉਣ ਲੱਗ ਪਏ। ਪਰਿਓ ਪ੍ਰਿਥੀ ਪਰ ਜਨ ਪਗ ਗਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਆ ਕੇ ਨਾ ਜ਼ਮੀਨ ਦੇ ਉੱਤੇ ਡਿੱਗ ਕੇ ਮੱਥਾ ਟੇਕਿਆ ਇਹਨਾਂ ਸੰਤ ਜੀ ਨੇ। ਡਿੱਗ ਕੇ ਔਰ ਮਹਾਰਾਜ ਜੀ ਦੇ ਪ੍ਰੇਮ ਦੇ ਰੰਗ ਦੇ ਵਿੱਚ ਪੂਰਨ ਤੌਰ ਤੇ ਭਰੇ ਹੋਏ ਗੁਰਦੇਵ ਦੇ ਚਰਨਾਂ ਤੇ ਢਹਿ ਕੇ ਨਮਸਕਾਰ ਕੀਤੀ। ਦੂਰੋਂ ਹੀ ਡਿੱਗ ਪਏ। ਪ੍ਰੇਮ ਅਧਿਕਤਾ ਤਿਸ ਗੁਰ ਹੇਰੀ। ਸਤਿਗੁਰੂ ਜੀ ਨੇ ਸੰਤ ਜੀ ਦੇ ਹਿਰਦੇ ਦੇ ਵਿੱਚ ਭਰਿਆ ਪ੍ਰੇਮ ਆਪਣੇ ਪ੍ਰਤੀ ਉਹ ਵੇਖਿਆ। ਤੂਰਨ ਉਠਤ ਪਏ ਤਿਸ ਬੇਰੀ। ਸੰਤ ਜੀ ਦੂਰ ਹੀ ਡਿੱਗ ਗਏ ਸੀ, ਮੱਥਾ ਟੇਕਣ ਲੱਗ ਪਏ ਦੂਰੋਂ ਹੀ। ਤੇ ਕਲਗੀਧਰ ਜੀ ਆਪਣੇ ਆਸਣ ਤੋਂ ਉੱਠ ਕੇ ਅੱਗੇ ਆਏ। ਗੈ ਭੁਜ ਬਲ ਤੇ ਤੁਰ ਤੇ ਉਠਾਇਓ। ਇਸ ਮਹਾਤਮਾ ਦੀਆਂ ਬਾਹਾਂ ਤੋਂ ਪਕੜ ਕੇ, ਮੋਢਿਆਂ ਤੋਂ ਪਕੜ ਕੇ ਮਹਾਰਾਜ ਜੀ ਨੇ ਉਠਾਇਆ। ਆਪ ਕਲਗੀਧਰ ਜੀ ਨੇ
ਆਪ ਡਿੱਗੇ ਹੋਏ ਇਸ ਮਹਾਤਮਾ ਨੂੰ ਮਹਾਰਾਜ ਜੀ ਨੇ ਚੁੱਕਿਆ। ਸਤਿਗੁਰੂ ਚੁੱਕਦੇ ਹੀ ਉਹਨੂੰ ਨੇ ਜਿਹੜਾ ਸਾਹਿਬ ਦੇ ਚਰਨਾਂ ਤੇ ਢਹਿ ਪੈਂਦਾ ਹੈ। ਕੋਈ ਢਹਿ ਕੇ ਤਾਂ ਵੇਖੇ, ਮੇਲ ਲੈਹੋ ਦਇਆਲ, ਢਹਿ ਪਏ ਦੁਆਰਿਆ, ਰਖ ਲੇਵੋ ਦੀਨ ਦਿਆਲ, ਭਰਮਤ ਬੁਹਾਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਮੋਢਿਆਂ ਤੋਂ ਪਕੜ ਕੇ ਇਸ ਮਹਾਤਮਾ ਨੂੰ ਉਠਾਇਆ। ਅਧਿਕ ਸਖਾ ਲਖ ਗਰੇ ਲਗਾਇਓ। ਅਧਿਕ ਸਖਾ ਜਾਣ ਕੇ, ਅਧਿਕ ਪਿਆਰਾ ਜਾਣ ਕੇ ਗੁਰਦੇਵ ਨੇ ਆਪਣੀ ਗਲ ਵਕੜੀ ਚ ਇਸ ਸੰਤ ਜੀ ਨੂੰ ਲਿਆ, ਆਪਣੇ ਗਲ ਨਾਲ ਲਾਇਆ। ਖਬਰੇ ਸੰਤ ਦੇ ਮਨ ਵਿੱਚ ਇਹ ਆਸ ਸੀ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਅੱਜ ਉਹ ਆਸ ਮਹਾਰਾਜ ਕਲਗੀਧਰ ਨੇ ਪੂਰਨ ਕੀਤੀ। ਇਸ ਮਹਾਤਮਾ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਹੈ, ਘੁੱਟ ਕੇ ਗਲ ਵਕੜੀ ਚ ਲੈ ਕੇ ਕੰਠ ਨਾਲ ਲਾਇਆ। ਲਿਆਏ ਸਭਾ ਮੈਂ ਟਿਕ ਬੈਠਾਰਾ। ਕਿਉਂਕਿ ਦੂਰੋਂ ਹੀ ਮੱਥਾ ਟੇਕਣ ਲੱਗ ਪਏ ਸਨ ਤੇ ਮਹਾਰਾਜ ਜੀ ਨਾਲ ਲੈ ਕੇ ਸੰਤ ਜੀ ਨੂੰ ਸਭਾ ਵਿੱਚ ਜਿੱਥੇ ਸਤਿਗੁਰੂ ਜੀ ਬੈਠਦੇ ਨੇ ਉੱਥੇ ਲੈ ਕੇ ਆਏ। ਪਰ ਆਦਰ ਕੋ ਮ੍ਰਿਦਲ ਉਚਾਰਾ। ਔਰ ਬੜਾ ਆਦਰ ਕਰਕੇ ਕੋਮਲ ਬਚਨ ਕਹਿ ਕੇ ਆਪਣੇ ਨੇੜੇ ਆਸਣ ਤੇ ਬਿਠਾਇਆ। ਕੁਸ਼ਲ ਸ਼ਰੀਰ ਆਪ ਕੇ ਆਏ। ਸਤਿਗੁਰੂ ਜੀ ਪੁੱਛਦੇ, ਸੰਤ ਜੀ ਸਰੀਰ ਕੁਸ਼ਲ ਹੈ, ਸਰੀਰ ਰਾਜੀ ਖੁਸ਼ੀ ਹੈ? ਏਦਾਂ ਸਤਿਗੁਰਾਂ ਨੇ ਪੁੱਛਿਆ। ਪ੍ਰੇਮਾ ਭਗਤ ਹਿਰਦਾ ਦਿੜ ਲਏ। ਤੁਹਾਡਾ ਹਿਰਦਾ ਪ੍ਰੇਮਾ ਭਗਤੀ ਵਿੱਚ ਦ੍ਰਿੜ ਹੈ, ਪ੍ਰੇਮਾ ਭਗਤੀ ਵਿੱਚ ਤੁਹਾਡਾ ਹਿਰਦਾ ਰੰਗਿਆ ਹੋਇਆ ਹੈ। ਕਾਮ ਕ੍ਰੋਧ ਤੇ ਆਦ ਵਿਕਾਰਾ। ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਹਨ, ਬਿਨਸ ਗਏ ਕਹਿਨੇ ਦੁਖ ਕਾਰਾ। ਮਹਾਰਾਜ ਜੀ ਕਹਿੰਦੇ, ਸੰਤ ਜੀ ਬਿਨਸ ਗਏ ਨੇ ਕਿ ਨਹੀਂ ਜਿਹੜੇ ਦੁੱਖ ਦਿੰਦੇ ਆ ਕਾਮ ਕ੍ਰੋਧ ਆਦਿਕ ਵਿਕਾਰ? ਮਹਾਰਾਜ ਜੀ ਕਹਿੰਦੇ ਬਿਨਸ ਗਏ ਨੇ ਜਾਂ ਨਹੀਂ? ਕੇਤਕ ਚਿਰ ਮੈਂ ਧੀਰਜ ਤਾਰੀ। ਪਹਿਲਾਂ ਤਾਂ ਇਹਦੇ ਕੋਲ ਬੋਲ ਨਹੀਂ ਸੀ ਹੁੰਦਾ। ਸੰਤ ਜੀ ਦੇ ਨੇਤਰ ਭਰੇ ਹੋਏ, ਕੰਠ ਰੁਕਿਆ ਹੋਇਆ, ਹਿਰਦਾ ਗਦਗਦ ਹੈ। ਗੁਰਦੇਵ ਦੀ ਸੋਹਣੀ ਮੂਰਤ ਨੂੰ ਵੇਖੀ ਜਾਂਦੇ, ਨਿਹਾਰੀ ਜਾਂਦੇ। ਜਦੋਂ ਸਤਿਗੁਰਾਂ ਨੇ ਇਹ ਸਵਾਲ ਕੀਤੇ, ਸੁਣ ਕੇ ਕੁਝ ਸਮੇਂ ਬਾਅਦ ਹੌਸਲਾ ਜਿਹਾ ਕਰਕੇ, ਧੀਰਜ ਜਿਹਾ ਕਰਕੇ ਇਹ ਬੋਲੇ। ਨੀਕੀ ਸ਼੍ਰੀ ਮੁਖ ਪ੍ਰਭ ਪ੍ਰਭਾ ਨਿਆਰੀ। ਸਤਿਗੁਰੂ ਜੀ ਦੇ ਸੁੰਦਰ ਮੁਖ ਦੀ ਪ੍ਰਭਾ, ਸਤਿਗੁਰਾਂ ਦੇ ਸੋਹਣੇ ਮੁਖ ਦੀ ਵਡਿਆਈ, ਸੋਭਾ ਕ੍ਰਾਂਤੀ ਵੇਖੀ। ਹੱਥ ਜੋੜ ਬੋਲਿਓ ਸੁਨ ਸੁਆਮੀ। ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਬੋਲੇ, ਹੇ ਸੁਆਮੀ ਜੀ ਸੁਣੋ। ਸਭ ਜਾਣਤ ਤੁਮ ਅੰਤਰ ਜਾਮੀ। ਮਹਾਰਾਜ ਤੁਸੀਂ ਸਭ ਦੇ ਅੰਦਰ ਦੀ, ਸਭ ਦੇ ਦਿਲਾਂ ਦੀ ਜਾਣਨ ਵਾਲੇ ਅੰਤਰਜਾਮੀ ਹੋ। ਮਹਾਰਾਜ ਦਸੀਏ ਤਾਂ ਜੇ ਪਤਾ ਨਾ ਹੋਵੇ, ਮਹਾਰਾਜ ਸਭ ਦੇ ਘਟਾਂ ਦੀ, ਸਭ ਦੇ ਹਿਰਦਿਆਂ ਦੀ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ ਹੋ ਮਹਾਰਾਜ ਜੀ। ਕਿਰਪਾ ਆਪ ਕੀ ਜਿਸ ਪਰ ਹੋਵੇ, ਜੜ ਬੇਕਾਰ ਕੀ ਹਉ ਮੈਂ ਖੋਵੇ। ਮਹਾਰਾਜ ਜੀ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ ਨਾ, ਉਹਨਾਂ ਦੇ ਹਿਰਦੇ ਚੋਂ ਵਿਕਾਰਾਂ ਦੀ ਜਿਹੜੀ ਜੜ ਹੈ ਨਾ, ਉਹ ਜੜ ਹੀ ਸੜ ਜਾਂਦੀ ਹੈ, ਪੁੱਟੀ ਜਾਂਦੀ ਹੈ। ਮਹਾਰਾਜ ਜੀ ਨੇ ਪੁੱਛਿਆ ਸੀ ਨਾ ਵੀ ਕਾਮ ਕ੍ਰੋਧ ਆਦਿਕ ਵਿਕਾਰ ਮੁੱਕ ਗਏ ਨੇ ਕਿ ਨਹੀਂ? ਤੇ ਮਹਾਰਾਜ ਜੀ ਨੂੰ ਕਹਿੰਦੇ, ਸਤਿਗੁਰੂ ਜੀ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ ਨਾ, ਉਹਨਾਂ ਅੰਦਰੋਂ ਵਿਕਾਰਾਂ ਦੀ ਜੜ ਹੀ ਸੁੱਕ ਜਾਂਦੀ ਹੈ। ਤੇ ਵਿਕਾਰਾਂ ਦੀ ਜੜ ਹੈ ਹਉਮੈ। ਜਿੱਥੇ ਹਉਮੈ ਹੋਵੇਗੀ ਨਾ, ਉੱਥੇ ਸਾਰੇ ਵਿਕਾਰ ਆ ਜਾਂਦੇ ਆ। ਹਉਮੈ ਸਾਰੇ ਵਿਕਾਰਾਂ ਦਾ ਬੀਜ ਹੈ। ਭਾਈ ਜੋਗਾ ਸਿੰਘ ਦਾ ਪ੍ਰਸੰਗ ਪਿੱਛੇ ਆਪਾਂ ਸੁਣਿਆ ਨਾ, ਸਭ ਕੁਝ ਛੱਡ ਛਡਾ ਕੇ ਆ ਗਏ, ਕਾਮ ਨੇ ਨਹੀਂ ਮਨ ਤੇ ਭਾਰ ਪਾਇਆ, ਪਰਿਵਾਰ ਦਾ ਮੋਹ ਵੀ ਨਹੀਂ ਆਇਆ, ਤੇ ਪਦਾਰਥ ਸਨ, ਵਸਤੂਆਂ ਸਨ, ਉਹਦਾ ਲੋਭ ਨਹੀਂ ਆਇਆ। ਘਰਦਿਆਂ ਨੇ ਬੜੇ ਬੜੇ ਬੋਲ ਕਬੋਲ ਬੋਲੇ ਸਨ, ਕ੍ਰੋਧ ਵੀ ਨਹੀਂ ਸੀ ਆਇਆ। ਪਰ ਜਦੋਂ ਹੁਸ਼ਿਆਰਪੁਰ ਦੇ ਨੇੜੇ ਪਹੁੰਚੇ ਤੇ ਇੱਕ ਵੇਸ਼ਿਆ ਦਾ ਰੂਪ ਵੇਖ ਕੇ ਡਾਵਾਂ ਡੋਲ ਹੋਏ। ਉਹ ਵੀ ਤਾਂ ਹੋਏ
ਕਿਉਂਕਿ ਇੱਥੇ ਆ ਕੇ ਹਉਮੈ ਆ ਗਈ ਸੀ ਵੀ ਮੇਰੇ ਵਰਗਾ ਸਿੱਖ ਕਿਹੜਾ ਹੋਣਾ ਜਿਹੜਾ ਆਪਣੀਆਂ ਲਾਵਾਂ ਵਿੱਚੇ ਛੱਡ ਕੇ ਆ ਗਿਆ ਗੁਰੂ ਦਾ ਬਚਨ ਮੰਨ ਕੇ। ਬਸ ਹਉਮੈ ਆਉਣ ਦੀ ਦੇਰ ਹੀ ਸੀ, ਕਾਮ ਵੀ ਆ ਗਿਆ। ਸਤੀ ਇਸਤਰੀ ਪਤ ਵਰਤਾ ਨੂੰ ਛੱਡ ਕੇ ਆ ਗਿਆ, ਉਦੋਂ ਕਾਮ ਨਹੀਂ ਸਤਾਇਆ ਤੇ ਇੱਕ ਟਕੇ ਦੀ ਵੇਸ਼ਵਾ ਉਹਦਾ ਰੂਪ ਵੇਖ ਕੇ ਮਨ ਡੁਲਾਇਮਾਨ ਹੋ ਗਿਆ। ਪਹਿਰੇ ਤੇ ਖਲੋਤਿਆਂ ਨਾਲ ਵੀ ਲੜਦਾ, ਉੱਥੇ ਕ੍ਰੋਧ ਵੀ ਆ ਗਿਆ। ਹਉਮੈ ਨੇ ਸਾਰੇ ਵਿਕਾਰ ਸਾਧ ਲਏ ਵੀ ਮੈਂ ਆ ਗਈ ਆ, ਖੋਲ ਦਿੱਤੇ ਨੇ ਦਰਵਾਜ਼ੇ, ਹੁਣ ਤੁਸੀਂ ਵੀ ਬਾਕੀ ਮੇਰੇ ਭੈਣ ਭਰਾਵੋ ਤੁਸੀਂ ਵੀ ਆ ਜਾਓ। ਇਸ ਕਰਕੇ ਵਿਕਾਰਾਂ ਦੀ ਜੜ ਹੈ ਹਉਮੈ। ਸਾਹਿਬ ਨੇ ਗੁਰਬਾਣੀ ਵਿੱਚ ਇਹਨੂੰ ਦੀਰਘ ਰੋਗ ਲਿਖਿਆ। ਮਹਾਰਾਜ ਇਹ ਸੰਤ ਜੀ ਪਹੁੰਚੇ ਹੋਏ ਸਨ, ਸਤਿਗੁਰਾਂ ਨੇ ਤਦੇ ਪੁੱਛਿਆ ਸੀ, ਕਹਿਣ ਲੱਗੇ ਮਹਾਰਾਜ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਜੜ ਜਿਹੜੀ ਹਉਮੈ ਹੈ ਨਾ ਉਹ ਹੀ ਪੁੱਟੀ ਜਾਂਦੀ। ਜਦੋਂ ਜੜ ਹੀ ਨਾ ਰਹੇਗੀ ਤੇ ਬਾਕੀ ਵਿਕਾਰ ਕਿਵੇਂ ਹੋਣਗੇ। ਤਨ ਹੰਤਾ ਗਾਡੀ ਹੋਏ ਜਾਵਦ, ਜਦੋਂ ਤੱਕ ਸਰੀਰ ਦੀ ਹੰਗਤਾ ਪੱਕੀ ਹੈ ਨਾ, ਹੰਕਾਰ ਹੈ ਆਪਣੇ ਸਰੀਰ ਨਾਲ ਜੁੜੇ ਹੋਏ ਆ ਵੀ ਮੈਂ ਸਰੀਰ, ਮੇਰਾ ਸਰੀਰ ਹੈ। ਤਨ ਦੀ ਹੰਗਤਾ ਜਦੋਂ ਤੱਕ ਪੱਕੀ ਹੈ, ਕਾਮ ਕ੍ਰੋਧ ਨੈ ਬਿਨਸੈ ਤਾਵਦ, ਉਦੋਂ ਤੱਕ ਨਾ ਕਾਮ ਬਿਨਸਦਾ ਤੇ ਨਾ ਕ੍ਰੋਧ ਬਿਨਸਦਾ। ਜਦੋਂ ਤੱਕ ਇਸ ਸਰੀਰ ਦੀ ਹੰਗਤਾ ਬਣੀ ਹੋਈ ਉਦੋਂ ਤੱਕ, ਕਿਉਂਕਿ ਇਹ ਸਰੀਰ ਕਾਮ ਕ੍ਰੋਧ ਤੋਂ ਹੀ ਪੈਦਾ ਹੋਇਆ ਤੇ ਜੇ ਇਹਦੇ ਨਾਲ ਜੁੜੇ ਆ ਤੇ ਇਹਦੇ ਨਾਲ ਜੁੜ ਕੇ ਤਾਂ ਕਾਮ ਕ੍ਰੋਧ ਹੀ ਸਤਾਏਗਾ ਨਾ। ਜਦੋਂ ਤੱਕ ਇਸ ਤਨ ਦੀ ਹੰਗਤਾ ਹੈ ਉਦੋਂ ਤੱਕ ਮਹਾਰਾਜ ਕਾਮ ਤੇ ਕ੍ਰੋਧ ਦੋਵੇਂ ਨਹੀਂ ਬਿਨਸਦੇ। ਉਹ ਦੋਵੇਂ ਹੀ ਆ ਕੇ ਜੀਵ ਦੇ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੇ ਹਨ। ਇਸ ਦੁਬਿਧਾ ਘਰ ਬਹੁਤੇ ਗਾਲੇ, ਮਹਾਰਾਜ ਇਹ ਜਿਹੜੀ ਦੁਬਿਧਾ ਆ ਨਾ, ਦੁਬਿਧਾ ਇਹਨੇ ਬੜੇ ਘਰ ਗਾਲ ਕੇ ਰੱਖ ਦਿੱਤੇ ਹੈ। ਇਸ ਦੁਬਿਧਾ ਨੇ ਬੜਿਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਸ ਦੁਬਿਧਾ ਨੇ ਬੜਿਆਂ ਦਾ ਨਾਸ਼ ਕਰਕੇ ਰੱਖ ਦਿੱਤਾ ਹੈ। ਭਗਤ ਆਪ ਕੇ ਰਹੇ ਸੁਖਾਲੇ, ਪਰ ਮਹਾਰਾਜ ਜਿਹੜੇ ਤੁਹਾਡੇ ਭਗਤ ਨੇ ਉਹ ਸੁਖਾਲੇ ਹੋ ਕੇ ਰਹਿੰਦੇ ਆ, ਕਿਉਂਕਿ ਤੁਹਾਡੇ ਭਗਤਾਂ ਦੇ ਹਿਰਦਿਆਂ ਵਿੱਚ ਨਹੀਂ ਦੁਬਿਧਾ ਆਉਂਦੀ। ਦੂਜਾ ਭਾਏ ਬਹੁਤ ਘਰ ਗਾਲੇ, RAM ਭਗਤ ਹੈ ਸਦਾ ਸੁਖਾਲੇ। ਗੁਰਬਾਣੀ ਦਾ ਵੀ ਮਹਾਂਵਾਕ ਹੈ ਕਿ ਜਿਹੜੀ ਇਹ ਦੂਜੇ ਭਾਅ ਦੀ ਦੁਬਿਧਾ ਆ ਇਹ ਬਹੁਤਿਆਂ ਦੇ ਘਰ ਗਾਲ ਦਿੰਦੀ ਹੈ, ਤੇ ਜਿਹੜੇ RAM ਦੇ ਭਗਤ ਨੇ ਉਹ ਸਦਾ ਸੁਖਾਲੇ ਰਹਿੰਦੇ ਆ, ਉਹ ਸਦਾ ਸੁਖਮਈ ਬਿਰਤੀ ਵਿੱਚ। ਦੁਬਿਧਾ ਕੀ ਹੈ? ਦੁਬਿਧਾ ਜਦੋਂ ਦੋ ਵਿੱਚ ਬਿਰਤੀ ਵਿਚਰੇ, ਸੁਖ ਦੁੱਖ ਹਰਖ ਸੋਗ ਮਾਨ ਅਪਮਾਨ ਉਸਤਤ ਨਿੰਦਾ, ਇਹ ਸਾਰੀ ਦੁਬਿਧਾ ਹੀ ਹੈ ਨਾ, ਦੋ ਦਿਸ ਰਹੇ ਨੇ। ਜਗਤ ਗੁਰੂ ਬਾਬਾ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸਮਾਨ ਦ੍ਰਿਸ਼ਟੀ, ਮਹਾਰਾਜ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁਖ ਸਨੇਹ ਵਰ ਪੈ ਨਹੀਂ ਜਾ ਕੈ ਕੰਚਨ ਮਾਟੀ ਮਨ। ਉੱਥੇ ਇੱਕ ਸਮ ਬਿਰਤੀ, ਉਸਤਤ ਨਿੰਦਾ ਦੋਵਾਂ ਤੋਂ ਰਹਿਤ ਹੋ ਗਏ, ਹਰਖ ਸੋਗ ਦੋਨਾਂ ਤੋਂ ਰਹਿਤ ਹੋ ਗਏ, ਦਵੰਦ ਤੋਂ ਪਰੇ ਹੋ ਜਾਣਾ। ਇਹ RAM ਭਗਤਾਂ ਦੀ ਅਵਸਥਾ ਹੈ। ਨਹੀਂ ਤਾਂ ਜਦੋਂ ਤੱਕ ਇਹ ਦੁਬਿਧਾ ਹੈ, ਇਹ ਦੁਬਿਧਾ ਮਹਾਰਾਜ ਬਹੁਤਿਆਂ ਦੇ ਘਰ ਗਾਲ ਕੇ ਰੱਖ ਦਿੰਦੀ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਸਤਿਗੁਰਾਂ ਨੇ ਦੁਬਿਧਾ ਪ੍ਰਥਾਏ ਬਚਨ ਕਹੇ ਨੇ। ਮਹਾਰਾਜ ਜੀ ਕਹਿੰਦੇ ਭਾਈ ਦੁਬਿਧਾ ਬੌਰੀ ਮਨ ਬੌਰਾਇਆ, ਦੁਬਿਧਾ ਬੌਰੀ ਹੈ ਤੇ ਜੀਵ ਦੇ ਮਨ ਨੂੰ ਬੌਰਾ ਬਣਾ ਕੇ ਰੱਖ ਦਿੰਦੀ ਹੈ। ਏਕ ਅਚਰਜ ਜਨ ਦੇਖੋ ਭਾਈ, ਇਹ ਬੜੇ ਅਚਰਜ ਤੇ ਹੈਰਾਨੀ ਦੀ ਬਾਤ ਤੁਸੀਂ ਵੇਖੋ। ਦੁਬਿਧਾ ਮਾਰ ਹਰ ਮਨ ਵਸਾਈ, ਦੁਬਿਧਾ ਨੂੰ ਮਾਰੋਗੇ ਤਾਂ ਹਰੀ ਮਨ ਵਿੱਚ ਵਸੇਗਾ। ਜੇ ਦੁਬਿਧਾ ਹੈ ਤੇ ਫਿਰ ਹਰੀ ਦਾ ਨਿਵਾਸ ਹਿਰਦੇ 'ਚ ਨਹੀਂ ਹੁੰਦਾ। ਇਹ ਦੁਬਿਧਾ ਹੀ ਹੈ ਜਿਹੜੀ ਜੀਵ ਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਾਉਂਦੀ ਹੈ, ਭਰਮਾਉਂਦੀ ਹੈ। ਇਹ ਸੰਤ ਜੀ ਕਹਿ ਰਹੇ ਨੇ ਮਹਾਰਾਜ ਇਹ ਦੁਬਿਧਾ ਨੇ ਬੜੇ ਘਰ ਗਾਲ ਦਿੱਤੇ ਨੇ, ਪਰ RAM ਦੇ ਭਗਤ ਉਹ ਸਦਾ ਸੁਖਾਲੇ ਰਹਿੰਦੇ, ਦੁਬਿਧਾ ਤੋਂ ਰਹਿਤ ਹੋ ਕੇ ਵਿਚਰਦੇ ਨੇ। ਲਾਗੇ ਮਿਸ਼ਟ ਈਸ਼ ਕੋ ਭਾਨਾ, ਉਹਨਾਂ ਨੂੰ ਆਪਣੇ ਇਸ਼ਟ ਦਾ ਮਾਲਕ ਦਾ ਭਾਣਾ ਮਿੱਠਾ ਲੱਗਦਾ ਹੈ। ਉਹਦੇ ਭਾਣੇ 'ਚ ਉਹ ਸਦਾ ਰਾਜੀ ਰਹਿੰਦੇ ਨੇ। ਔਰ ਰਸਨਾ ਤੋਂ ਇਹੀ ਕਹਿੰਦੇ ਤੇਰਾ ਕੀਆ ਮਿੱਠਾ ਲੱਗਾ,
ਨਿਰੰਕਾਰ ਪਰਮੇਸ਼ਰ ਦੇ ਭਾਣੇ ਵਿੱਚ ਉਹਦੀ ਰਜਾ ਵਿੱਚ ਰਹਿੰਦੇ ਹਨ ਲਿਵ ਲਾਗੇ ਸਤਨਾਮ ਮਹਾਨਾ। ਔਰ ਉਹਨਾਂ ਦੀ ਲਿਵ ਲੱਗੀ ਹੋਈ ਆ ਸੱਚੇ ਨਾਮ ਨਾਲ। ਨਿਰੰਕਾਰ ਦਾ ਜੋ ਸੱਚਾ ਨਾਮ ਹੈ ਉਹਨਾਂ ਦੀ ਉਸ ਸੱਚੇ ਨਾਮ ਦੇ ਨਾਲ ਲਿਵ ਤਾਰ ਲੱਗੀ ਹੋਈ ਹੈ। ਤਨ ਹੰਤਾ ਕੋ ਚੋਰਨ ਕਰੇ। ਉਹਨਾਂ ਗੁਰਮੁਖਾਂ ਨੇ ਭਗਤਾਂ ਨੇ ਆਪਣੇ ਹਿਰਦੇ ਚੋਂ ਤਨ ਦੀ ਹੰਗਤਾ ਨੂੰ ਛੱਡ ਦਿੱਤਾ ਹੈ, ਸਰੀਰ ਦੀ ਹੰਗਤਾ ਦਾ ਤਿਆਗ ਕਰ ਦਿੱਤਾ ਹੈ। ਬਹੁਰ ਪਰਮੇਸ਼ਰ ਕਰੁਣਾ ਧਰੇ। ਤੇ ਫਿਰ ਜਿਨ੍ਹਾਂ ਨੇ ਤਨ ਹੰਤਾ ਛੱਡ ਦਿੱਤੀ, ਸਰੀਰ ਦੀ ਹੰਗਤਾ ਛੱਡ ਦਿੱਤੀ, ਉਹਨਾਂ ਉੱਤੇ ਫਿਰ ਪਾਰ ਬ੍ਰਹਮ ਪਰਮੇਸ਼ਰ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹਨ। ਉਹਨਾਂ ਤੇ ਨਿਰੰਕਾਰ ਜੀ ਆਪਣੀ ਦਇਆ ਕਰਦੇ ਹਨ। ਉਚਿਤ ਸ਼੍ਰੇ ਕੇ ਤਬ ਹੋਏ ਜੀਵਨ। ਫਿਰ ਉਹ ਜੀਵ ਸ਼੍ਰੇ ਦਾ ਅਧਿਕਾਰੀ ਹੋ ਜਾਂਦਾ ਹੈ, ਫਿਰ ਉਹ ਜੀਵ ਕਲਿਆਣ ਦਾ, ਮੁਕਤੀ ਦਾ ਅਧਿਕਾਰੀ ਹੋ ਜਾਂਦਾ ਹੈ। ਪ੍ਰਭੂ ਕੋ ਪ੍ਰੇਮ ਸੁਦਾ ਨਿਤ ਪੀਵੰ। ਉਹ ਪਰਮੇਸ਼ਰ ਦੇ ਪ੍ਰੇਮ ਦਾ ਸੁਧਾ ਰਸ, ਅਕਾਲ ਪੁਰਖ ਦੇ ਪ੍ਰੇਮ ਦਾ ਅੰਮ੍ਰਿਤ ਰਸ ਉਹ ਗੁਰਮੁਖ ਜਨ ਨਿਤ ਪੀਂਦੇ ਹਨ। ਸਕਲ ਵਿਕਾਰਨ ਕੋ ਹੋਏ ਨਾਸ਼। ਉਹਨਾਂ ਦੇ ਹਿਰਦਿਆਂ ਚੋਂ ਸਾਰੇ ਵਿਕਾਰ ਨਾਸ਼ ਹੋ ਜਾਂਦੇ ਨੇ, ਉਹ ਸਾਰੇ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਹਨ। ਸਾਸ ਸਾਸ ਜਪ ਪ੍ਰਭ ਲਖ ਪਾਸ। ਉਹ ਸਵਾਸ ਸਵਾਸ ਉਸ ਵਾਹਿਗੁਰੂ ਨੂੰ ਜਪਦੇ ਨੇ ਔਰ ਸਵਾਸ ਸਵਾਸ ਪ੍ਰਭੂ ਨੂੰ ਜਪ ਕੇ ਉਹਨੂੰ ਆਪਣੇ ਪਾਸ ਜਾਣਦੇ ਹਨ। ਜਪਦੇ ਵੀ ਨੇ ਤੇ ਉਹਨੂੰ ਆਪਣੇ ਪਾਸ ਵੀ ਜਾਣਦੇ ਨੇ। ਕੇਵਲ ਕਹਿੰਦੇ ਹੀ ਨਹੀਂ, ਸਦਾ ਅੰਗ ਸੰਗੇ ਅਭੰਗੰ ਬਬੂਤੇ, ਉਹ ਕਹਿ ਕੇ ਇਸ ਨੂੰ ਮਾਣਦੇ ਵੀ ਨੇ ਵੀ ਉਹ ਸਾਡੇ ਅੰਗ ਸੰਗ ਹੈ। ਬਹੁਤਿਆਂ ਦੇ ਕੋਲ ਤਾਂ ਕੇਵਲ ਕੁਰਲੀਆਂ ਹੀ ਹਨ, ਪਰ ਵਿਰਲੇ ਨੇ ਉਹ ਗੁਰਮੁਖ ਜਿਹੜੇ ਕੁਰਲੀਆਂ ਨਹੀਂ ਕਰਦੇ। ਉਹਨਾਂ ਘੁੱਟਾਂ ਨੂੰ ਪੀ ਕੇ ਆਪਣੇ ਹਿਰਦੇ ਵਿੱਚ ਉਸ ਰਸ ਨੂੰ ਮਾਣਦੇ ਹਨ। ਮਹਾਰਾਜ, ਜਿਨ੍ਹਾਂ ਤੇ ਪ੍ਰਭੂ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ, ਉਹ ਪ੍ਰਭੂ ਨੂੰ ਸਵਾਸ ਸਵਾਸ ਜਪਦਿਆਂ ਉਸ ਪ੍ਰਭੂ ਨੂੰ ਆਪਣੇ ਪਾਸ ਜਾਣਦੇ ਹਨ। ਪਟਨੇ ਸ਼ਹਿਰ ਜਨਮ ਜਬ ਭਇਓ। ਮਹਾਰਾਜ ਸੁਣੋ, ਮੈਂ ਆਪ ਜੀ ਦੇ ਦਰ ਘਰ ਦਾ ਸੇਵਕ ਹਾਂ। ਹੁਣ ਆਪਣੇ ਬਾਰੇ ਦੱਸਣ ਲੱਗਾ ਵੀ ਇਹਦੇ ਪਿਛੋਕੜ ਆਪਣਾ। ਮਹਾਰਾਜ, ਜਿਸ ਵੇਲੇ ਪੋਸ ਦੀ ਸਤਵੀਂ ਵਾਲੇ ਦਿਨ ਬਾਜਾਂ ਵਾਲੇ ਸਾਹਿਬ ਜੀ ਤੁਹਾਡਾ ਪ੍ਰਕਾਸ਼ ਹੋਇਆ ਸੀ ਨਾ ਪਟਨਾ ਸਾਹਿਬ ਦੀ ਧਰਤੀ ਤੇ, ਤੁਸੀਂ ਉਤਰੇ ਸੀ ਇਸ ਮਾਤ ਲੋਕ ਦੀ ਧਰਤੀ ਤੇ ਆਏ ਸੋ ਮਹਾਰਾਜ। ਪਟਨਾ ਸਾਹਿਬ ਦੀ ਧਰਤੀ ਤੇ ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਹਿਓ। ਮਹਾਰਾਜ, ਜਦੋਂ ਪਟਨਾ ਸਾਹਿਬ ਵਿਖੇ ਆਪ ਜੀ ਦਾ ਪ੍ਰਕਾਸ਼ ਹੋਇਆ, ਬ੍ਰਹਮਪੁੱਤਰ ਨਦੀ ਢਿਗ ਸੁਣ ਲਿਓ। ਮਹਾਰਾਜ, ਉਦੋਂ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਸੀ ਮੈਂ, ਉੱਥੇ ਮੇਰੇ ਕੰਨੀ ਖਬਰ ਪਈ ਸੀ। ਕਿਵੇਂ ਪਈ ਸੀ ਉਹ ਵੀ ਦੱਸ ਰਿਹਾ। ਬ੍ਰਹਮਪੁੱਤਰ ਦਰਿਆ ਅਸਾਮ ਧੋਬੜੀ ਸਾਹਿਬ ਦਾ ਇਲਾਕਾ ਜਿੱਥੇ ਮਹਾਰਾਜ ਜੀ ਦਾ ਸਥਾਨ ਹੈ, ਇਹ ਬ੍ਰਹਮਪੁੱਤਰ ਦੇ ਦਰਿਆ ਦੇ ਕਿਨਾਰੇ ਤੇ ਮਹਾਰਾਜ ਜੀ ਉਸ ਵੇਲੇ ਸੀ ਜਦੋਂ ਮੈਂ ਆਪਣੇ ਕੰਨੀ ਸੁਣਿਆ। ਤਬ ਸ਼੍ਰੀ ਤੇਗ ਬਹਾਦਰ ਪਾਸ। ਇਹਨਾਂ ਕੋਲੋਂ ਸੁਣਿਆ? ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ, ਉਹਨਾਂ ਦੇ ਚਰਨਾਂ 'ਚ ਬੈਠਿਆਂ ਸੁਣਿਆ। ਉਹ ਵੀ ਉੱਥੇ ਸਨ ਜਦੋਂ ਤੁਹਾਡਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਮਹਾਰਾਜ, ਤੇ ਤੁਹਾਡੇ ਪ੍ਰਕਾਸ਼ ਦੀ ਖਬਰ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਪਹੁੰਚੀ। ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਮੈਂ ਬੈਠਾ ਸੀ, ਕਿਉਂਕਿ ਮਹਾਰਾਜ ਮੈਂ ਉਹਨਾਂ ਦੇ ਦਰ ਘਰ ਦਾ, ਉਹਨਾਂ ਦੇ ਚਰਨਾਂ ਦਾ ਮੁਰੀਦ ਹਾਂ, ਉਹਨਾਂ ਦੇ ਚਰਨਾਂ ਦਾ ਸੇਵਕ ਹਾਂ। ਉਹਨਾਂ ਦੇ ਚਰਨਾਂ ਵਿੱਚ ਬੈਠਿਆਂ ਮੈਂ ਤੁਹਾਡੇ ਪ੍ਰਕਾਸ਼ ਦੀ ਖਬਰ ਸੁਣੀ। ਦਰਸ਼ਨ ਕਰਤ ਹੋ ਤੋ ਸੁਖ ਰਾਸ। ਮੈਂ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦਾ ਸਾਂ। ਬੜੇ ਸੁਖ ਦੇਣ ਵਾਲੇ ਦਰਸ਼ਨ ਸਨ ਨੌਵੇਂ ਪਾਤਸ਼ਾਹ ਦੇ। ਜਦੋਂ ਉਹਨਾਂ ਦੇ ਦੀਦਾਰ ਕਰੀਦੇ ਸਨ, ਉਦੋਂ ਹਿਰਦੇ ਵਿੱਚ ਸਾਰੇ ਖੇੜੇ, ਸਾਰੇ ਆਨੰਦ ਆ ਪਹੁੰਚਦੇ ਸਨ।
ਜਦੋਂ ਉਹਨਾਂ ਦੇ ਦਰਸ਼ਨ ਕਰੀਦੇ ਸਨ ਹਿਰਦਾ ਖੇੜੇ ਨਾਲ ਖਿੜ ਜਾਂਦਾ ਸੀ। ਬੜਾ ਸੁੱਖ ਸੀ ਉਹਨਾਂ ਦੇ ਸੋਹਣੇ ਸਰੂਪ ਦੇ ਦਰਸ਼ਨਾਂ ਵਿੱਚ। ਲਖ ਭੂਪਤ ਕੋ ਭਾਵ ਵਿਸਾਲਾ, ਰਾਜੇ ਦੀ ਭਾਵਨਾ ਜਾਣ ਕੇ, ਰਾਜੇ ਦਾ ਪ੍ਰੇਮ ਜਾਣ ਕਰਕੇ ਦੇਨੇ ਵਿਜੇ ਹੁਤੇ ਤਿਸ ਨਾਲਾ। ਰਾਜੇ ਰਾਮ ਸਿੰਘ ਨੂੰ ਵਿਜੈ ਦੇਣ ਵਾਸਤੇ, ਉਹਨੂੰ ਜਿੱਤ ਦੇਣ ਵਾਸਤੇ ਸਤਿਗੁਰੂ ਜੀ ਨਾਲ ਸਨ। ਜਨਮੇ ਆਪ ਕੋ ਸੁਨ ਹਰ ਖਾਏ, ਉੱਥੇ ਖਬਰ ਮਿਲੀ ਜਦ ਪਤਾ ਲੱਗਾ ਕਿ ਮਹਾਰਾਜ ਨੌਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਇਹ ਕਲਗੀਧਰ ਜੀ ਤੁਹਾਡਾ ਪ੍ਰਕਾਸ਼ ਹੋਇਆ। ਇਹ ਖਬਰ ਜਿਸ ਵੇਲੇ ਰਾਜੇ ਨੇ ਸੁਣੀ, ਸੈਨਾ ਨੂੰ ਸੁਣੀ, ਨੌਵੇਂ ਪਾਤਸ਼ਾਹ ਨੇ ਸੁਣੀ, ਤਾਂ ਉੱਥੇ ਆਨੰਦ ਤੇ ਖੇੜਾ ਵਰਤਿਆ। ਛੁਤਰੀ ਦੁੰਦਪ ਬਹੁ ਬਜਵਾਏ, ਰਾਜੇ ਨੇ ਬੜੀ ਖੁਸ਼ੀ ਨਾਲ ਛੁਤਰੀ ਨਗਾਰੇ ਵਜਾਏ, ਨਫੀਰੀਆਂ ਵਜਾਈਆਂ, ਰਣ ਸਿੰਘੇ ਵਜਾ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਤੋਪਕ ਤੋਪ ਲਸ਼ਕਰ ਮੈਂ ਸਾਰੀ, ਤੋਪਾਂ ਤੇ ਬੰਦੂਕਾਂ ਦੇ ਗੋਲਿਆਂ ਦੀਆਂ ਸ਼ਲਖਾਂ ਚਲਾਈਆਂ ਹਵਾਈ ਫਾਇਰ ਕਰਕੇ। ਕਲਗੀਧਰ ਪਾਤਸ਼ਾਹ ਤੁਹਾਡੀ ਆਮਦ ਦੀ ਖੁਸ਼ੀ ਵਿੱਚ ਭਾਈ ਸ਼ਲਕ ਛੂਟੀ ਇੱਕ ਬਾਰੀ, ਜਦੋਂ ਇਕੱਠੀਆਂ ਬੰਦੂਕਾਂ ਚੱਲੀਆਂ, ਤੋਪਾਂ ਦੇ ਗੋਲੇ ਦਾਗੇ ਗਏ, ਇਕੱਠੀ ਸ਼ਲਖ ਚੱਲੀ। ਤੁਰਹੀ ਰਣ ਸਿੰਘੇ ਡੱਫ ਢੋਲਾ, ਤੁਰਰੀਆਂ ਵੱਜੀਆਂ, ਰਣ ਸਿੰਘੇ ਵੱਜੇ, ਨਗਾਰੇ ਵੱਜੇ, ਢੋਲ ਵੱਜੇ, ਡੱਫ ਵੱਜੇ, ਬਾਜੇ ਪਟੈ ਪਇਓ ਵੱਡ ਰੋਲਾ। ਪਟਹਿ ਵੱਜੇ। ਮਹਾਰਾਜ ਕਿਹੜੇ ਸਾਜ਼ ਸਨ ਜਿਹੜੇ ਉੱਥੇ ਨਾ ਵਜਾਏ ਗਏ ਹੋਣ। ਬੜੇ ਬੜੇ ਸਾਜ਼ ਵੱਜੇ, ਢੋਲ ਵੱਜੇ, ਪਟਹਿ, ਨਫੀਰੀਆਂ, ਸ਼ਹਿਨਾਈਆਂ, ਰਣ ਸੰਗੇ, ਤੁਰਰੀਆਂ ਵੱਜੀਆਂ। ਸ੍ਰੀ ਗੁਰੂ ਤੇਗ ਬਹਾਦਰ ਭਾਰੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੋ ਵੱਡਿਆਂ ਤੋਂ ਵੱਡੇ ਹਨ, ਉਹ ਉਸੇ ਵੇਲੇ ਉੱਥੇ ਹੀ ਹਾਜ਼ਰ ਸਨ। ਉਤਸਵ ਕਰਿਓ ਮਹਾ ਤਿਸ ਬਾਰੀ, ਤੁਹਾਡੇ ਆਗਮਨ ਦਾ ਉਹਨਾਂ ਨੇ ਵੀ ਬੜਾ ਉਤਸਵ ਮਨਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਆਗਮਨ ਦੀ ਬੜੀ ਖੁਸ਼ੀ ਮਨਾਈ। ਆਏ ਮੰਗਤ ਜਨ ਸਮੁਦਾਏ, ਮੇਰੀਆਂ ਅੱਖਾਂ ਦੇ ਸਾਹਮਣੇ ਸਾਰੇ ਉਤਸਵ ਹੁੰਦੇ ਮੈਂ ਵੇਖੇ ਨੇ ਮਹਾਰਾਜ। ਬੜੇ ਬੜੇ ਮੰਗਤੇ ਜਾਚਕ ਨੌਵੇਂ ਪਾਤਸ਼ਾਹ ਕੋਲੋਂ ਆ ਕੇ ਦਾਨ ਮੰਗਦੇ ਸਨ। ਗਇਓ ਨਾ ਚੂਚੋ ਸਭ ਤਨ ਪਾਏ, ਕੋਈ ਜਾਚਕ, ਕੋਈ ਮੰਗਤਾ ਨੌਵੇਂ ਪਾਤਸ਼ਾਹ ਦੇ ਚਰਨਾਂ ਚੋਂ ਖਾਲੀ ਨਹੀਂ ਗਿਆ। ਸਭ ਦੀਆਂ ਝੋਲੀਆਂ ਭਰ ਭਰ ਮਹਾਰਾਜ ਜੀ ਮੋੜਦੇ ਰਹੇ। ਹੇ ਕਲਗੀਧਰ ਜੀ, ਜਿਨ੍ਹਾਂ ਜਿਨ੍ਹਾਂ ਨੂੰ ਮਹਾਰਾਜ ਨੌਵੇਂ ਪਾਤਸ਼ਾਹ ਨੇ ਦਾਨ ਦਿੱਤਾ, ਉਹ ਭਿਖਾਰੀ ਵੀ ਰਾਜੇ ਹੋ ਗਏ। ਨ੍ਰਿਪਜੁਤ ਸਭ ਲਸ਼ਕਰ ਉਤਸ਼ਾਹ, ਰਾਜੇ ਰਾਮ ਸਿੰਘ ਦੇ ਸਮੇਤ ਜਿੰਨਾ ਲਸ਼ਕਰ ਸੀ, ਸਾਰਾ ਲਸ਼ਕਰ ਬੜੇ ਉਤਸ਼ਾਹ ਦੇ ਨਾਲ ਭਰਿਆ ਹੋਇਆ। ਦਿਓ ਦਾਨ ਜਸ ਜਸ ਜਿਸ ਪਾਹਾ, ਜਿਹਦੇ ਜਿਹਦੇ ਕੋਲ ਜਿਹੜਾ ਜਿਹੜਾ ਦਾਨ ਸੀ, ਕੱਲਾ ਗੁਰਦੇਵ ਨੇ ਦਾਨ ਨਹੀਂ ਕੀਤਾ, ਰਾਜੇ ਨੇ ਦਾਨ ਕੀਤਾ। ਉਹਦੇ ਸਿਪਾਹੀ ਵੀ ਦਾਨ ਕਰਦੇ। ਇੰਨੀ ਖੁਸ਼ੀ, ਇੰਨਾ ਆਨੰਦ ਉੱਥੇ ਵਰਤ ਰਿਹਾ ਸੀ। ਤਬ ਮੈਂ ਬੂਝੇ ਪਿਤਾ ਤੁਹਾਰੇ, ਜਦੋਂ ਇਹ ਸਾਰੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤੋ ਹੇ ਕਲਗੀਧਰ ਜੀ, ਮੈਂ ਆਪ ਜੀ ਦੇ ਤੁਹਾਡੇ ਪਿਤਾ ਜੀ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ। ਕਸ ਸਾਹਿਬ ਜਾਦੇ ਗੁਣ ਭਾਰੇ, ਮੈਂ ਪੁੱਛਿਆ ਸੀ ਮਹਾਰਾਜ, ਆਪ ਜੀ ਦੇ ਗ੍ਰਹਿ ਵਿਖੇ ਅਵਤਰਤ ਹੋਏ, ਪ੍ਰਕਾਸ਼ ਧਾਰਨ ਕਰਕੇ ਆਏ ਹੋਏ ਆਪ ਜੀ ਦੇ ਸਹਿਬਜ਼ਾਦੇ ਵਿੱਚ ਕਿੱਦਾਂ ਦੇ ਗੁਣ ਹੋਣਗੇ। ਮੈਂ ਨੌਵੇਂ ਪਾਤਸ਼ਾਹ ਨੂੰ ਪੁੱਛਿਆ ਸੀ ਕਿ ਮਹਾਰਾਜ ਤੁਹਾਡੇ ਸਹਿਬਜ਼ਾਦੇ ਵਿੱਚ ਕਿਸ ਤਰ੍ਹਾਂ ਦੇ ਵੱਡੇ ਤੇ ਭਾਰੇ ਗੁਣ ਹੋਣਗੇ। ਜਿਸ ਜਨਮਤ ਬੋ ਮੰਗਲ ਹੋਆ, ਜਿਨ੍ਹਾਂ ਦੇ ਜਨਮ ਸਮੇਂ ਇੰਨੇ ਮੰਗਲ ਹੋ ਰਹੇ ਨੇ, ਇੰਨੀਆਂ ਖੁਸ਼ੀਆਂ ਹੋ ਰਹੀਆਂ ਨੇ, ਇੰਨੇ ਉਤਸਵ ਮਨਾਏ ਜਾ ਰਹੇ ਨੇ, ਉਹਨਾਂ ਵਿੱਚ ਕਿੰਨੇ ਗੁਣ ਹੋਣਗੇ, ਕਿਹੜੇ ਕਿਹੜੇ ਗੁਣ ਹੋਣਗੇ। ਜਾਂ ਤੇ ਮੈਂ ਬਾਚਤ ਮੁਖ ਜੋਆ, ਔਰ ਮੈਂ ਇਹ ਵੀ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਹੜੇ ਸਾਹਿਬਜ਼ਾਦੇ ਦੇ ਪ੍ਰਕਾਸ਼ ਸਮੇਂ ਇੰਨੇ ਮੰਗਲ, ਇੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਮੈਂ ਉਹਨਾਂ ਦੇ ਸੋਹਣੇ ਸਰੂਪ ਦੇ ਦੀਦਾਰ ਕਰਨਾ ਚਾਹੁੰਦਾ ਹਾਂ। ਸੁਨ ਕੇ ਗੁਰ ਬਿਰਤਨ ਤੇ ਉਚਾਰਾ, ਨੌਵੇਂ ਪਾਤਸ਼ਾਹ ਜੀ ਨੇ ਮੇਰੇ ਕੋਲੋਂ ਇਹ ਬੇਨਤੀ ਸੁਣ ਕੇ
ਮੈਨੂੰ ਇਹ ਜਵਾਬ ਦਿੱਤਾ ਸੀ। ਈਸ਼ਰ ਆਇਸ ਤੇ ਅਵਤਾਰਾ। ਮਹਾਰਾਜ ਜੀ ਕਹਿੰਦੇ ਸਾਡੇ ਗ੍ਰਹਿ ਵਿਖੇ ਆਏ ਹੋਏ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਅਕਾਲ ਪੁਰਖ ਦੀ ਆਗਿਆ ਨਾਲ ਜਨਮ ਧਾਰ ਕੇ ਆਏ ਹਨ। ਅਕਾਲ ਪੁਰਖ ਦੇ ਹੁਕਮ ਦੇ ਪਾਲਣਾ ਕਰਦਿਆਂ ਹੋਇਆਂ ਈਸ਼ਵਰ ਦੀ ਆਗਿਆ ਅਕਾਲ ਪੁਰਖ ਦੀ ਆਗਿਆ ਨਾਲ ਆਏ ਨੇ ਅਵਤਾਰ ਧਾਰ ਕੇ। ਰੋਮ ਰੋਮ ਪ੍ਰਤ ਵਿਸ਼ਨ ਮਹੇਸ਼ਾ। ਕਹਿੰਦੇ ਕਿਹਨੇ ਅਵਤਾਰ ਧਾਰਿਆ? ਸੁਣੋ, ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਵਿਸ਼ਨੂੰ ਤੇ ਕਰੋੜਾਂ ਮਹੇਸ਼ ਨੇ, ਉਹਨੇ ਅਵਤਾਰ ਧਾਰਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਜੀ ਕੌਣ ਨੇ? ਨੌਵੇਂ ਪਾਤਸ਼ਾਹ ਦੱਸ ਰਹੇ ਨੇ ਇਸ ਸੰਤ ਨੂੰ, ਤੇ ਬੁਰਹਾਨਪੁਰ ਦਾ ਵਾਸੀਏ ਸੰਤ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਇਹ ਨਿਵੇਦਨ ਕਰ ਰਿਹਾ ਹੈ। ਮਹਾਰਾਜ ਉਹਨਾਂ ਕਿਹਾ ਕਿ ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਵਿਸ਼ਨੂੰ ਕਰੋੜਾਂ ਮਹੇਸ਼ ਨੇ। ਹਾਂਜੀ, ਕਰਤਾ ਪੁਰਖ ਕਿਰਪਾਲ ਵਿਸ਼ੇਸ਼ਾ। ਉਹ ਕਰਤਾ ਪੁਰਖ ਜੋ ਕਿਰਪਾਲੂ ਹੈ, ਵਿਸ਼ੇਸ਼ ਹੈ। ਜੋਗ ਸਾਧਨਾ ਬਹੁ ਵਿਦ ਸਾਧੇ। ਉਹੀ ਅਵਤਾਰ ਧਾਰਨ ਕਰਕੇ ਆਏ ਨੇ ਇਸ ਬਾਲਕ ਦੇ ਰੂਪ ਵਿੱਚ। ਅਸੀਂ ਬਹੁ ਪ੍ਰਕਾਰ ਦੀ ਯੋਗ ਸਾਧਨਾ ਕੀਤੀ ਸੀ। ਨੌਵੇਂ ਪਾਤਸ਼ਾਹ ਨੇ ਦੱਸਿਆ ਕਿ ਅਸੀਂ ਬਹੁ ਪ੍ਰਕਾਰ ਦੀ ਯੋਗ ਸਾਧਨਾ ਕੀਤੀ, ਅਕਾਲ ਪੁਰਖ ਦੀ ਆਰਾਧਨਾ ਕੀਤੀ। ਮਹਾਰਾਜ ਜੀ ਖੁਦ ਲਿਖਦੇ ਨੇ ਨਾ ਕਲਗੀਧਰ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ। ਮਹਾਰਾਜ ਜੀ ਲਿਖਦੇ ਹੈ, ਤਾਤ ਮਾਤ ਮੁਰ ਅਲਖ ਆਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਤਿਨ ਜੋ ਕਰੀ ਅਲਖ ਕੀ ਸੇਵਾ। ਇਹ ਨਹੀਂ ਆਖਿਆ ਵੀ ਕਿਸੇ ਦੇਵੀ ਦੇਵਤੇ ਦੀ, ਅਲਖ ਪਰਮੇਸ਼ਰ ਦੀ ਸੇਵਾ। ਤਿੰਨ ਜੋ ਸਾਡੇ ਮਾਤਾ ਪਿਤਾ, ਤਿੰਨ ਦਾ ਇੱਥੇ ਅਰਥ ਮਾਤਾ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਨੇ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਗੁਰਦੇਵ ਕੌਣ? ਗੁਰੂ ਨਾਨਕ ਸਾਹਿਬ ਜੀ, ਉਹ ਪ੍ਰਸੰਨ ਹੋਏ। ਤੋ ਨੌਵੇਂ ਪਾਤਸ਼ਾਹ ਇੱਥੇ ਦੱਸ ਰਹੇ ਨੇ, ਕਹਿੰਦੇ ਉਹਨਾਂ ਨੇ ਆਖਿਆ ਕਿ ਜੋਗ ਸਾਧਨਾ ਬਹੁ ਬਿਦ ਸਾਧਾ, ਅਸੀਂ ਬਹੁ ਪ੍ਰਕਾਰ ਦੀ ਯੋਗ ਸਾਧਨਾ ਕੀਤੀ। ਧਰ ਇਮਤਿਆਨ ਸੋ ਪ੍ਰਭੂ ਆਰਾਧੇ। ਪਰਮੇਸ਼ਰ ਦਾ ਧਿਆਨ ਧਾਰ ਕੇ ਪ੍ਰਭੂ ਦੀ ਆਰਾਧਨਾ ਕੀਤੀ। ਹੋਏ ਪ੍ਰਸੰਨ ਇਹ ਪੁਰਸ਼ ਪਠਾਇਓ। ਪਰਮੇਸ਼ਰ ਨੇ ਪ੍ਰਸੰਨ ਹੋ ਕੇ, ਗੁਰੂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਇਸ ਪਰਮ ਪੁਰਖ ਨੂੰ, ਇਸ ਪਰਮ ਪੁਰਖ ਨੂੰ ਯਾਨੀ ਕਿ ਗੁਰੂ ਕਲਗੀਧਰ ਜੀ ਨੂੰ ਸਾਡੇ ਘਰ ਭੇਜਿਆ ਹੈ। ਇਸ ਮਾਤ ਲੋਕ ਦੀ ਧਰਤੀ ਤੇ ਭੇਜਿਆ ਇਸ ਪਰਮ ਪੁਰਖ ਨੂੰ। ਚਿਰੰਕਾਲ ਤੇ ਇੱਕ ਸੁਤ ਪਾਇਓ। ਚਿਰੰਕਾਲ ਤੋਂ ਬਾਅਦ ਸਾਨੂੰ ਇੱਕ ਪੁੱਤਰ ਦੀ ਪ੍ਰਾਪਤੀ ਹੋਈ ਹੈ। ਪਾਚਲ ਹਮੋ ਆਰ ਬਲ ਆਏ। ਮਹਾਰਾਜ ਜੀ ਕਹਿੰਦੇ ਸਾਡੀ ਪਿਛਲੀ ਉਮਰ, ਕਿਉਂਕਿ 40 ਤੋਂ ਉੱਤੇ ਉਮਰ ਸੀ ਮਹਾਰਾਜ ਨੌਵੇਂ ਪਾਤਸ਼ਾਹ ਦੀ, ਤਕਰੀਬਨ 45 ਕੁ ਸਾਲ ਦੇ ਨੇੜੇ ਉਮਰ ਸੀ ਜਦੋਂ ਗੁਰੂ ਕਲਗੀਧਰ ਜੀ ਦਾ ਪ੍ਰਕਾਸ਼ ਹੋਇਆ। ਮਹਾਰਾਜ ਕਹਿੰਦੇ ਸਾਡੀ ਪਾਚਲ ਪਿਛਲੀ ਉਮਰ ਦੇ ਵਿੱਚ ਆਏ ਹਨ। ਸੰਮਤ 40 ਤੇ ਅਧਿਕਾਏ। 40 ਤੋਂ ਸਾਡੀ ਉਮਰ ਉੱਪਰ ਹੋ ਚੁੱਕੀ ਹੈ। ਬਲੀ ਪੁਰਖ ਲੀਨ ਸੇ ਅਵਤਾਰ। ਇਹ ਬਲੀ ਪੁਰਖ ਨੇ ਅਵਤਾਰ ਲਿਆ। ਬਲੀ ਪੁਰਖ ਬੜੇ ਬਲੀ ਹੋਣਗੇ। ਇਹ ਬਲੀ ਪੁਰਖ ਨੇ, ਅਕਾਲ ਪੁਰਖ ਨੇ ਸਾਡੇ ਘਰ ਅਵਤਾਰ ਲਿਆ। ਖੁਦ ਨਿਰੰਕਾਰ ਅਕਾਲ ਪੁਰਖ ਜੀ ਆਏ ਹਨ। ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼। ਅਕਾਲ ਪੁਰਖ ਦੀ ਦੇਹ ਚ ਕਰੋੜਾਂ ਹੀ ਵਿਸ਼ਨੂੰ ਤੇ ਕਰੋੜਾਂ ਹੀ ਮਹੇਸ਼ ਨੇ। ਇਹ ਉਹੀ ਅਕਾਲ ਪੁਰਖ ਨੇ ਜਿਹੜੇ ਸਾਡੇ ਘਰ ਅਵਤਾਰ ਧਾਰਨ ਕਰਕੇ ਆਏ ਨੇ। ਸਾਡੀ ਸਾਧਨਾ ਵੇਖ ਕੇ, ਸਾਡੀ ਬੰਦਗੀ ਵੇਖ ਕੇ ਅਕਾਲ ਪੁਰਖ ਜੀ ਪ੍ਰਸੰਨ ਹੋ ਕੇ ਖੁਦ ਆਪ ਆਏ ਹਨ। ਕਾਰਜ ਵੱਡੇ ਲਏ ਏ ਸਾਰ।
ਵੱਡੇ ਵੱਡੇ ਕਾਰਜ ਨੇ ਜਿਹੜੇ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਸਾਰਨੇ ਨੇ, ਸਿੱਧ ਕਰਨੇ ਨੇ। ਹਿੰਦ ਪਨੇ ਕੀ ਰਾਖੇ ਲਾਜ, ਜਿਹੜਾ ਹਿੰਦੂ ਧਰਮ ਗਰਕ ਹੁੰਦਾ ਜਾ ਰਿਹਾ ਉਹਦੀ ਵੀ ਇਹ ਲਾਜ ਰੱਖਣਗੇ। ਨਾਸ਼ੇ ਤੁਰਕਨ ਰਾਜ ਸਮਾਜ, ਔਰ ਆਹ ਜਿਹੜੇ ਮਲੇਛ ਜਰਵਾਣੀ ਬਿਰਤੀ ਨਾਲ ਰਾਜ ਕਰ ਰਹੇ ਨੇ, ਇਹਨਾਂ ਮਲੇਛਾਂ ਦੇ ਰਾਜ ਨੂੰ ਖਤਮ ਕਰਨਗੇ। ਪੰਥ ਤੀਸਰੋ ਕਰੇ ਉਪਾਵਨ, ਔਰ ਇਹਨਾਂ ਦੋਨਾਂ ਪੰਥਾਂ ਤੋਂ ਨਿਰਾਲਾ ਪੰਥ, ਤੀਸਰਾ ਪੰਥ ਸਾਜਣਗੇ। ਤੀਸਰਾ ਪੰਥ ਖਾਲਸਾ ਤੀਸਰਾ ਪੰਥ ਹੈ। ਖਾਲਸਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਦੋਨਾਂ ਤੋਂ ਨਿਰਾਲਾ ਤੀਸਰਾ ਪੰਥ। ਨੌਵੇਂ ਪਾਤਸ਼ਾਹ ਨੇ ਕਿਹਾ ਕਿ ਖਾਲਸਾ ਜੋ ਤੀਸਰਾ ਪੰਥ ਹੈ ਉਹਦੀ ਸਾਜਣਾ ਕਰਨ ਲਈ ਆਏ ਹਨ। ਔਰੰਗਜ਼ੇਬ ਨੇ ਕਿਹਾ, ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਬੁਲਾ ਕੇ ਨਾ, ਕਹਿੰਦਾ ਜੀ ਮੈਂ ਚਾਹੁੰਦਾ ਵੀ ਹਿੰਦੂ ਮੁਸਲਮਾਨ ਲੜਦੇ ਰਹਿੰਦੇ ਨੇ ਤੇ ਮੈਂ ਦੋਵਾਂ ਨੂੰ ਇੱਕ ਹੀ ਕਰ ਦਿਆਂ, ਮੁਸਲਮਾਨ ਬਣਾ ਦਿਆਂ ਸਾਰੇ। ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਤੇਰੇ ਚਾਹਿਆ ਕੀ ਹੋਣਾ ਤਾਂ ਉਹ ਹੈ ਜਿਹੜਾ ਖੁਦਾ ਨੂੰ ਪਾਉਂਦਾ। ਜੋ ਖੁਦਾ ਦੀ ਮਰਜ਼ੀ ਹੈ ਉਹ ਹੋਣਾ, ਤੇਰੀ ਮਰਜ਼ੀ ਥੋੜੀ ਚੱਲਣੀ ਹੈ। ਔਰੰਗਾ ਕਹਿੰਦਾ ਜੀ ਖੁਦਾ ਦੀ ਕੀ ਮਰਜ਼ੀ ਕਿਵੇਂ ਜਾਣੀਏ? ਮਹਾਰਾਜ ਜੀ ਕਹਿੰਦੇ ਉਹ ਵੀ ਦੱਸ ਦਿੰਨੇ, ਏਦਾਂ ਕਰ, ਆ 7 ਮਣ ਕਾਲੀਆਂ ਮਿਰਚਾਂ ਮੰਗਾ ਕੇ ਉਹਨਾਂ ਨੂੰ ਅੱਗ ਲਵਾ ਕੇ ਸਾੜ ਦੇ। ਮਿਰਚਾਂ ਸਾੜ ਕੇ ਜਦੋਂ ਸੁਆਹ ਬਣ ਗਈਆਂ, ਸੁਆਹ ਠੰਡੀ ਹੋਈ, ਮਹਾਰਾਜ ਕਹਿੰਦੇ ਹੁਣ ਇਹਦਾ ਕੱਪੜ ਛਾਣ ਕਰ ਤੇ ਤੇਰਾ ਜਵਾਬ ਤੈਨੂੰ ਮਿਲ ਜਾਏਗਾ ਵੀ ਖੁਦਾ ਦੀ ਮਰਜ਼ੀ ਕੀ ਹੈ। ਜਦੋਂ ਸਾਰੀ ਸੁਆਹ ਛਾਣੀ ਨਾ ਤੇ ਛਾਣ ਕੇ ਪਿੱਛੇ 3 ਸਾਬਤ ਮਿਰਚਾਂ ਰਹਿ ਗਈਆਂ। ਮਹਾਰਾਜ ਜੀ ਕਹਿੰਦੇ ਖੁਦਾ ਦੀ ਮਰਜ਼ੀ ਹੈ। ਕਹਿੰਦਾ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ, ਤੂੰ 2 ਤੋਂ 1 ਕਰਨਾ ਚਾਹੁੰਦਾ, ਪਰ ਖੁਦਾ ਦੀ ਮਰਜ਼ੀ ਆ ਉਹ 2 ਤੋਂ 3 ਬਣਾਉਣਾ ਚਾਹੁੰਦਾ ਹੈ। ਕਹਿੰਦਾ ਜੀ ਤੀਜਾ ਕਿਹੜਾ ਹੋਇਆ? ਮਹਾਰਾਜ ਕਹਿੰਦੇ 10ਵੇਂ ਜਾਮੇ 'ਚ ਤੀਜਾ ਖਾਲਸਾ ਪੰਥ ਸਾਜਣਾ ਸੀ। ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ, ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ। ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ, ਇਹ ਤੀਜ ਭੇਸਾ ਹੈ। ਜਗੈ ਸਿੰਘ ਯੋਧੇ ਧਰੇ ਨੀਲ ਭੇਸਾ। ਮਹਾਰਾਜ ਜੀ ਕਹਿੰਦੇ ਤੀਸਰਾ ਪੰਥ, ਤੀਸਰਾ ਖਾਲਸਾ ਪੰਥ ਉਹ ਇਹ ਸਾਜਣਗੇ। ਸੰਤੇ ਉਬਾਰ ਦੁਸ਼ਟ ਗਨ ਘਾਵਨ, ਸੰਤਾਂ ਨੂੰ ਉਭਾਰਨਗੇ ਤੇ ਦੁਸ਼ਟਾਂ ਦਾ ਨਾਸ਼ ਕਰਨਗੇ। ਕਲਗੀਧਰ ਨੇ ਖੁਦ ਲਿਖਿਆ ਬਚਿੱਤਰ ਨਾਟਕ, ਮਹਾਰਾਜ ਜੀ ਕਹਿੰਦੇ ਅਸੀਂ ਤੇ ਆਏ ਹੀ ਹਾਂ ਸੰਤਾਂ ਨੂੰ ਉਭਾਰਨ ਲਈ ਤੇ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਲਈ। ਮਦਰ ਦੇਸ਼ ਮੈਂ ਜੰਗ ਅਖਾੜੇ, ਔਰ ਮਦਰ ਦੇਸ਼ ਵਿੱਚ ਯਾਨੀ ਕਿ ਪੰਜਾਬ ਦੀ ਧਰਤੀ ਤੇ ਇਹ ਵੱਡੇ ਜੰਗ ਦੇ ਅਖਾੜੇ ਰਚਣਗੇ। ਲੱਖੋਂ ਮਾਰੇ ਪਵੇਂ ਪਵਾੜੇ, ਕਹਿੰਦੇ ਲੱਖਾਂ ਮਾਰਨਗੇ, ਲੱਖਾਂ ਨੂੰ ਮਾਰਨਗੇ ਬੈਰੀਆਂ ਜਰਵਾਣਿਆਂ ਨੂੰ, ਵੱਡੇ ਪਵਾੜੇ ਪੈਣਗੇ ਯਾਨੀ ਕਿ ਜੰਗ ਹੋਣਗੇ। ਤੁਰਕਪਤੀ ਕੋ ਕਰ ਸੰਘਾਰ, ਔਰ ਤੁਰਕਪਤੀ ਦਾ ਵੀ ਇਹੀ ਨਾਸ਼ ਕਰਨਗੇ, ਨੁਰੰਗੇ ਦਾ। ਦੱਖਣ ਆਏ ਅੰਤ ਕੀ ਬਾਰ, ਔਰ ਜਦੋਂ ਉਹਨਾਂ ਨੇ ਸੱਚਖੰਡ ਜਾਣਾ ਹੋਵੇਗਾ ਨਾ, ਫਿਰ ਉਹ ਦੱਖਣ ਦਿਸ਼ਾ ਨੂੰ ਚੱਲ ਕੇ ਆਉਣਗੇ। ਉਹ ਸੰਤ ਦੱਸ ਰਿਹਾ ਸਾਰੀ ਵਾਰਤਾ ਕਿ ਮਹਾਰਾਜ ਨੌਵੇਂ ਪਾਤਸ਼ਾਹ ਨੇ ਮੈਨੂੰ ਤੁਹਾਡੇ ਬਾਰੇ ਇਦਾਂ ਦੱਸਿਆ ਸੀ ਕਿ ਜੰਗ ਯੁੱਧ ਕਰਕੇ ਤੁਰਕਪਤੀ ਨੂੰ ਮਾਰ ਕੇ, ਔਰੰਗੇ ਨੂੰ ਵੀ ਸਤਿਗੁਰਾਂ ਨੇ ਹੀ ਮਾਰਿਆ, ਕਾਲ ਤਾਂ ਸਤਿਗੁਰੂ ਹੀ ਨੇ ਨਾ। ਕਲਗੀਧਰ ਪਾਤਸ਼ਾਹੀ ਕਾਲ ਦਾ ਕਾਲ ਨੇ ਕਿ ਜਦੋਂ ਸਾਰੇ ਜੰਗ ਯੁੱਧ ਕਰ ਹਟਣਗੇ ਤੇ ਫਿਰ ਦੱਖਣ ਦਿਸ਼ਾ ਨੂੰ ਆਉਣਗੇ। ਅੰਤਲਾ ਸਮਾਂ ਹੋਵੇਗਾ ਉਹਨਾਂ ਦਾ ਉਹ ਸੱਚਖੰਡ ਜਾਣ ਦਾ। ਸੁਨੋ ਸਾਧ ਤੋਏ ਬੈਸ ਬਡੇਰੀ, ਇਹ ਸਾਧ ਤੇਰੀ ਉਮਰ ਬੜੀ ਲੰਮੀ ਹੋਵੇਗੀ। ਟਿਕੋ ਕਿਤੇ ਤਬ ਲੀਜੇ ਹੇਰੀ, ਤੂੰ ਦੱਖਣ ਦਿਸ਼ਾ 'ਚ ਜਾ ਕੇ ਕਿਤੇ ਟਿਕਾਣਾ ਕਰਕੇ ਭਜਨ ਕਰ। ਜਦੋਂ ਆਉਣਗੇ ਤੇ ਤੈਨੂੰ ਉਹਨਾਂ ਦੇ ਦਰਸ਼ਨ ਹੋਣਗੇ, ਤੂੰ ਉਹਨਾਂ ਦੇ ਦਰਸ਼ਨ ਕਰ ਲੈ। ਕਿਉਂਕਿ ਇਹਨੇ ਕਿਹਾ ਮਹਾਰਾਜ ਮੈਂ ਦਰਸ਼ਨ ਕਰ। ਮਹਾਰਾਜ ਜੀ ਕਹਿੰਦੇ ਹਾਲੇ ਸਮਾਂ ਆਵੇਗਾ, ਦੱਖਣ ਦਿਸ਼ਾ ਨੂੰ ਆਉਣਗੇ ਉਹ ਆਪਣੇ ਅੰਤਲੇ ਸਮੇਂ ਜੰਗ ਯੁੱਧ ਕਰਕੇ
ਤੇ ਤੂੰ ਉਹਨੇ ਚਿਰ ਵਾਸਤੇ ਦੱਖਣ ਦਿਸ਼ਾ 'ਚ ਕਿਤੇ ਜਾ ਕੇ ਟਿਕਾਣਾ ਕਰ ਤੇ ਭਜਨ ਕਰ, ਬੰਦਗੀ ਕਰ ਪਰਮੇਸ਼ਰ ਦੀ। ਉਹ ਆ ਕੇ ਤੈਨੂੰ ਆਪਣੇ ਦਰਸ਼ਨ ਦੇਣਗੇ। ਇਹ ਸਭ ਸੁਣ ਕੇ ਤੁਮ ਪਿਤ ਪਾਸ, ਤੁਹਾਡੇ ਪਿਤਾ ਗੁਰੂ ਜੀ ਦੇ ਪਾਸੋਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸੋਂ ਮੈਂ ਇਹ ਸਾਰੇ ਬਚਨ ਸੁਣ ਕੇ ਇਸ ਪੁਰ ਬਸੇ ਦਰਸ ਕਰ ਆਸ। ਮਹਾਰਾਜ ਮੈਂ ਇਸ ਨਗਰ ਬੁਰਹਾਨਪੁਰ 14 ਦਾ ਆ ਕੇ ਵਸਣ ਲੱਗ ਪਿਆ। ਇੱਥੇ ਵਸਦੇ ਨੂੰ ਮੈਨੂੰ ਮਹਾਰਾਜ ਕਈ ਵਰੇ ਹੋ ਗਏ ਨੇ ਤੇ ਮੈਂ ਉਡੀਕਦਾ ਸੀ ਕਿ ਨੌਵੇਂ ਪਾਤਸ਼ਾਹ ਦੇ ਕਈ ਬਚਨ ਸਫਲ ਹੋਣਗੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਉਣਗੇ। ਅੱਜ ਮੇਰੀ ਉਹ ਕਾਮਨਾ ਪੂਰੀ ਹੋਈ ਹੈ। ਹਾਂਜੀ, ਸਿਮਰਤ ਰਿਓ ਪ੍ਰਤੀਖਨ ਧਾਰ। ਮੈਂ ਸਿਮਰਦਾ ਰਿਹਾ ਤੁਹਾਨੂੰ, ਤੁਹਾਡੀ ਉਡੀਕ ਕਰਦਾ ਰਿਹਾ ਕਿ ਸਾਹਿਬ ਕਲਗੀਧਰ ਆਉਣਗੇ, ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਨਗੇ, ਮੇਰੀ ਬੰਦ ਖਲਾਸੀ ਕਰਨਗੇ। ਮਹਾਰਾਜ ਇਹ ਉਡੀਕ ਕਰਦਾ ਰਿਹਾ ਤੇ ਤੁਹਾਨੂੰ ਸਿਮਰਦਾ ਰਿਹਾ। ਅਬ ਤੁਮ ਆਏ ਕਰੁਣਾ ਧਾਰ। ਮਹਾਰਾਜ ਹੁਣ ਆਇਓ ਤੁਸੀਂ ਮੇਰੇ ਤੇ ਆਪਣੀ ਵੱਡੀ ਭਾਰੀ ਕਰੁਣਾ ਕਰਕੇ, ਮਹਾਨ ਕਿਰਪਾ ਦਇਆ ਕਰਕੇ ਹੁਣ ਆਏ ਹੋ। ਸਭ ਕਾਰਜ ਕਰ ਲੀਨ ਸੁਖਾਰੇ। ਮਹਾਰਾਜ ਤੁਸੀਂ ਆਪਣੇ ਸਾਰੇ ਕਾਰਜ ਕਰ ਲਏ ਨੇ ਜਿਹੜੇ ਕਰਨੇ ਸਨ, ਤੇ ਕਰਕੇ ਸਾਰੇ ਕਾਰਜ ਇੱਥੇ ਆਏ ਹੋ। ਆਏ ਇਤੋਂ ਅੰਤ ਕੀ ਵਾਰੇ। ਜਿਵੇਂ ਪਿਤਾ ਜੀ ਨੇ ਕਿਹਾ ਸੀ ਨੌਵੇਂ ਗੁਰਦੇਵ ਜੀ ਨੇ ਕਿ ਆਪ ਜੀ ਨੇ ਅੰਤਲੇ ਸਮੇਂ ਵੱਲ ਆਪਣਾ, ਜਦੋਂ ਅੰਤਮ ਸਮਾਂ ਆਉਣਾ ਉਦੋਂ ਇਸ ਪਾਸੇ ਆਉਣਾ ਹੈ, ਤੇ ਉਸ ਤਰੀਕੇ ਨਾਲ ਆਪ ਜੀ ਆਏ ਹੋ। ਮਮ ਸਮ ਕੀ ਪੁਰਵਨ ਕਰ ਆਸਾ। ਇੱਥੇ ਆਉਣ ਦਾ ਪ੍ਰਯੋਜਨ ਇਹ ਹੈ ਆਪ ਜੀ ਦਾ ਕਿ ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਹੋਣਗੇ ਜਿਨ੍ਹਾਂ ਦੀਆਂ ਆਸਾਂ ਤੁਸੀਂ ਪੂਰਨ ਕਰਨੀਆਂ ਨੇ। ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਰਸਤੇ ਕਿ ਤੁਹਾਨੂੰ ਮਿਲਨੇ ਆ ਮਹਾਰਾਜ, ਜਿਨ੍ਹਾਂ ਦੀਆਂ ਮੁਰਾਦਾਂ, ਜਿਨ੍ਹਾਂ ਦੀਆਂ ਆਸਾਂ, ਇਹ ਆਸਾਂ ਪੂਰਨ ਕਰਨ ਵਾਲੇ ਸਾਹਿਬ ਜੀ ਤੁਸੀਂ ਪੂਰੀਆਂ ਕਰਨੀਆਂ ਹਨ। ਅਨਕ ਭਾਂਤ ਪਿਖ ਜਗਤ ਤਮਾਸ਼ਾ। ਅਨਕ ਭਾਂਤ ਦੇ ਸਾਰੇ ਜਗਤ ਦੇ ਤਮਾਸ਼ੇ ਤੁਸੀਂ ਵੇਖ ਰਹੇ ਹੋ, ਕਿਉਂਕਿ ਤੁਸੀਂ ਆਏ ਹੀ ਜਗਤ ਤਮਾਸ਼ਾ ਵੇਖਣ ਹੋ। ਦਰਸ਼ਨ ਕਰ ਨਿਹਾਲ ਮੈਂ ਹੋਇਓ। ਤੁਹਾਡੇ ਦਰਸ਼ਨ ਕਰਕੇ ਮਹਾਰਾਜ ਮੈਂ ਨਿਹਾਲ ਹੋ ਗਿਆ ਹਾਂ, ਮੈਂ ਕਿਰਤਾਰਥ ਹੋ ਗਿਆ, ਮੇਰਾ ਜੀਵਨ ਸਫਲ ਹੋ ਗਿਆ। ਮੇਰੀ ਸਾਰੀ ਜ਼ਿੰਦਗੀ ਦਾ ਕੀਤਾ ਜੋ ਜਪ ਤਪ ਸੀ, ਸਾਧਨਾ ਸੀ, ਉਹਦਾ ਫਲ ਮੈਨੂੰ ਅੱਜ ਮਿਲ ਗਿਆ, ਸਫਲ ਹੋ ਗਿਆ। ਤਪ ਜਪ ਆਪਨ ਕਿਰਤਾਰਥ ਜੋਇਓ। ਮੈਂ ਜੋ ਜਪ ਤਪ ਮਾੜਾ ਮੋਟਾ ਕੀਤਾ ਸੀ ਮਹਾਰਾਜ, ਅੱਜ ਉਹ ਸਾਰਾ ਕੀਤਾ ਜਪ ਤਪ ਕਿਰਤਾਰਥ ਹੋ ਗਿਆ, ਸਫਲਾ ਹੋ ਗਿਆ। ਪੁਰੋ ਕਾਮਨਾ ਏਕ ਹਮਾਰੀ। ਇਹ ਸਾਹਿਬ ਜੀ ਕਿਰਪਾ ਕਰਕੇ ਮੇਰੀ ਇੱਕ ਕਾਮਨਾ ਹੋਰ ਪੂਰੀ ਕਰ ਦਿਓ। ਕਰੋ ਆਹਾਰ ਸੋਹਿਤ ਤੁਮਾਰੀ। ਮਹਾਰਾਜ ਮੈਂ ਆਪਣੇ ਡੇਰੇ ਤੇ ਤੁਹਾਡੇ ਲਈ ਭੋਜਨ ਤਿਆਰ ਕਰਨਾ ਚਾਹੁੰਦਾ। ਮੇਰੀ ਕਾਮਨਾ, ਮੇਰੀ ਰੀਝ ਹੈ ਕਿ ਤੁਸੀਂ ਮੇਰੇ ਆਸ਼ਰਮ ਵਿੱਚ, ਜਿੱਥੇ ਮੇਰਾ ਟਿਕਾਣਾ ਡੇਰਾ, ਆਓ ਤੇ ਮੈਂ ਭੋਜਨ ਤਿਆਰ ਕਰਾ ਕੇ ਤੇ ਤੁਹਾਨੂੰ ਛਕਾਵਾਂ। ਇਹ ਮੇਰੀ ਕਾਮਨਾ ਸਾਹਿਬ ਜੀ ਪੂਰਨ ਕਰ ਦਿਓ। ਅਚੀਏ ਪ੍ਰਾਤ ਸਿੰਘ ਲੈ ਸਾਥ। ਕੱਲ ਸਵੇਰੇ ਸਾਰੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਆਓ ਤੇ ਮੇਰੇ ਆਸ਼ਰਮ ਚ ਆ ਕੇ ਆਪ ਜੀ ਭੋਜਨ ਛਕੋ। ਦੇਖ ਭਾਵਨਾ ਮਨ ਕੀ ਨਾਤ। ਮਹਾਰਾਜ ਜੀ ਨੇ ਨਾ ਮਹਾਤਮਾ ਦੀ, ਸੰਤ ਜੀ ਦੀ ਭਾਵਨਾ ਵੇਖੀ। ਸੁਨਤ ਸਾਧ ਕੇ ਬਚ ਅਰ ਖਾਏ। ਸਾਧੂ ਦੇ ਬਚਨ ਸੁਣ ਕੇ ਮਹਾਰਾਜ ਜੀ ਬੜੇ ਖੁਸ਼ ਵੀ ਹੋਏ। ਨੌਵੇਂ ਪਾਤਸ਼ਾਹ ਦੇ ਬਾਰੇ ਜਦੋਂ ਸੁਣਿਆ ਨਾ ਤੇ ਕਲਗੀਧਰ ਨੂੰ ਖੁਸ਼ੀ ਹੋਈ ਵੀ ਸਾਡੇ ਪਿਤਾ ਗੁਰੂ ਨੌਵੇਂ ਪਾਤਸ਼ਾਹ ਦੀਆਂ ਬਾਤਾਂ ਸੁਣਾਈਆਂ, ਉਹਨਾਂ ਦੇ ਦਰਸ਼ਨ ਇਹਨਾਂ ਨੇ ਕੀਤੇ ਨੇ। ਧੰਨ ਭਾਗ ਹਨ ਇਸ ਮਹਾਂਪੁਰਸ਼ ਦੇ ਜਿਨ੍ਹਾਂ ਸਾਡੇ ਪਿਤਾ ਨੌਵੇਂ ਪਾਤਸ਼ਾਹ ਦੀ ਸੰਗਤ ਕੀਤੀ ਹੈ, ਆਪਣੇ ਸਾਹਿਬ ਦੀਆਂ ਬਾਤਾਂ ਸੁਣੀਆਂ ਗੁਰੂ ਕਲਗੀਧਰ ਨੇ। ਹੋਰ ਵੀ ਬਚਨ ਪੁੱਛੇ, ਦੱਸੋ ਸੰਤ ਜੀ ਨੌਵੇਂ ਪਾਤਸ਼ਾਹ ਜੀ ਕਿਹੋ ਜਿਹੇ ਬਚਨ ਕਰਦੇ ਸਨ, ਕੈਸਾ ਸੁੰਦਰ ਸਰੂਪ ਸੀ ਉਹਨਾਂ ਦਾ, ਹੋਰ ਕਿਹੜੇ ਕਿਹੜੇ ਚੋਜ ਤੁਸੀਂ ਉਹਨਾਂ ਦੇ ਵੇਖੇ ਹਨ। ਉਹ ਸਾਰੇ ਬਾਤ, ਸਾਰੇ ਬਚਨ ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਮਹਾਂਪੁਰਸ਼ਾਂ ਨੂੰ ਪੁੱਛਣਾ ਮੇਰਾ ਠਾਕੁਰ ਕਿਹੋ ਜਿਹਾ ਹੈ। ਕਲਗੀਧਰ ਪੁੱਛਦੇ ਰਹੇ, ਬੜੇ ਖੁਸ਼ ਹੋਏ ਸੰਤ ਜੀ ਤੇ। ਇੱਥੇ ਇਦਾਂ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਇੱਥੇ
ਮਹੰਤ ਜੈਤ ਰਾਮ ਜੀ ਇੱਕ ਵਾਰੀ ਫੇਰ ਆ ਕੇ ਸਤਿਗੁਰਾਂ ਨੂੰ ਮਿਲੇ ਇਸ ਜਗ੍ਹਾ ਤੇ ਬੁਰਹਾਨਪੁਰ। ਨਰਾਇਣੇ ਮਹਾਰਾਜ ਜੀ ਗਏ ਸਨ ਦਾਦੂ ਦੀਨ ਦਿਆਲ ਜੀ ਦੇ ਦਿਓਰੇ ਤੇ ਇੱਥੇ ਬੁਰਹਾਨਪੁਰ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੂੰ, ਫੇਰ ਆਏ ਇੱਥੇ ਦਰਸ਼ਨਾਂ ਤੇ ਮਹਾਰਾਜ ਜੀ ਨਾਲ ਬਹਿ ਕੇ ਉਹਨਾਂ ਦੀ ਵਿਚਾਰ ਗੋਸ਼ਟੀ ਹੋਈ, ਬ੍ਰਹਮ ਚਰਚਾ ਵੀ ਹੋਈ। ਤੋ ਨੌਵੇਂ ਪਾਤਸ਼ਾਹ ਜਿਵੇਂ ਇਸ ਸੰਤ ਜੀ ਦੇ ਆਸ਼ਰਮ ਜਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਮੈਂ ਹੋ ਪਰਮ ਪੁਰਖ ਕੋ ਦਾਸਾ, ਮੈਂ ਹੂੰ परम पुरख को दासा, मैं हूँ परम पुरख को दासा, मैं हूँ परम पुरख को दासा। मैं हूँ परम पुरख को दासा, मैं हूँ परम पुरख को दासा, मैं हूँ परम पुरख को दासा, मैं हूँ परम पुरख को दासा। देखण आयो जगत तमाशा, देखण आयो जगत तमाशा, देखण आयो जगत तमाशा, देखण आयो जगत तमाशा। देखण आयो जगत तमाशा, देखण आयो जगत तमाशा, देखण आयो जगत तमाशा, देखण आयो जगत तमाशा। वाहिगुरु वाहिगुरु, 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 वाहिगुरु वाहिगुरु वाहिगुरु। अच्युत है पार ब्रह्म, अविनाशी अगनास, पूरन है सर्वमय, दुख भंजन गुणतास, संगी है निरंकार, हे निर्गुण सब टेक, गोविंद है गुण निधान, जाके सदा विवेक, परंपर हर हरे, है पियो अणियार, संत कै सदा संग, नीदारा आधार, ठाकुर हो दास रो, मैं निर्गुण गुण नहीं कोई, नानक दीजै नाम दान, कोई है परोए, प्रभ शरणागति, कृपा निध दयाल, एक अखर हर मन बस्त, नानक होत निहाल, गुरु नाम जहाज है, चढ़े सो तेरे पार, जो शरदा कर से बंदे, गुर पारे उतार निहार, गुरु नाम जहाज है, चढ़े सो तेरे पार, जो शरदा कर से बंदे, गुर पारे उतार निहार। वाहिगुरु जी का खालसा, वाहिगुरु जी की फतेह।